ਜਿਹੜਾ ਨਨਕਾਣਾ ਸਾਹਿਬ ਹੈ ਇਹਦੀ ਮਲਕੀਅਤ ਹੋਰ ਵੀ ਜ਼ਿਆਦਾ ਸੀ, ਕਿਉਂਕਿ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵਿੱਚ ਰੂਹਾਨੀਅਤ ਦੇ ਉਸ ਖੁਦਾ ਦੇ ਰੂਪ ਨੂੰ ਰਾਏ ਬਲਾਰ ਨੇ ਵੇਖਿਆ ਸੀ ਨਾ, ਇਹ ਰਾਏ ਬਲਾਰ ਦਾ ਪਰਿਵਾਰ ਜੇ ਮੈਂ ਤੁਹਾਨੂੰ ਦੱਸਣ ਲੱਗਾ ਟਾਈਮ ਬਹੁਤ ਲੱਗ ਜਾਣਾ ਹੈ, ਕਿਉਂਕਿ ਪਿੱਛੋਂ ਇਹ ਪਟਨੇਰ ਰਾਜਪੂਤ ਨੇ। ਜਾਮੇ ਦਾ ਭਾਵ ਹੁੰਦਾ ਹੈ ਇਕੱਠ। ਜਾਮਾ ਰਾਏ ਆ ਕੇ ਵਸੇ ਸੀਗੇ, ਉਦੋਂ ਇਹਨਾਂ ਨੂੰ 1.5 ਲੱਖ ਏਕੜ ਜ਼ਮੀਨ ਜਿਹੜੀ ਹੈ ਉਹ ਮੁਗਲ ਬਾਦਸ਼ਾਹ ਵੱਲੋਂ ਮਿਲੀ ਸੀਗੀ। ਇਹ ਰਾਜਪੂਤ ਹਿੰਦੂਆਂ ਦੇ ਵਿੱਚੋਂ ਇਸਲਾਮ ਧਰਮ ਦੇ ਵਿੱਚ ਆਏ ਸੀ। ਬਾਅਦ ਦੇ ਵਿੱਚ ਹੌਲੀ ਹੌਲੀ ਜ਼ਮੀਨਾਂ ਦੀ ਵੰਡ ਹੋਈ। ਜਿਹੜੇ ਤਲਵੰਡੀ ਸ਼ਬਦ ਅਸੀਂ ਕਹਿੰਦੇ ਨਾ, ਬਹੁਤ ਨੇ ਪੰਜਾਬ 'ਚ ਤਲਵੰਡੀਆਂ। ਤਲਵੰਡੀ ਸ਼ਬਦ ਉਦੋਂ ਹੀ ਹੋਂਦ 'ਚ ਆਉਂਦਾ ਜਦੋਂ ਤਲਵੰਡੀ, ਜਦੋਂ ਕਿਸੇ ਜ਼ਮੀਨ ਦੀ ਵੰਡ ਹੁੰਦੀ ਹੈ, ਕਿਸੇ ਵੰਡ ਦਾ ਹਿੱਸਾ ਜਦੋਂ ਕਿਸੇ ਪਰਿਵਾਰ ਕੋਲ ਆਉਂਦਾ ਸੀ, ਉੱਥੇ ਤਲਵੰਡੀ ਸ਼ਬਦ ਜਨਮ ਲੈਂਦਾ ਸੀ। ਤੇ ਤਲਵੰਡੀ ਦੇ ਨਾਲ ਇੱਕ ਨਾਂ ਜ਼ਰੂਰ ਲੱਗਦਾ ਸੀ, ਜਿਵੇਂ ਸਾਬੋ। ਡੱਲੇ ਕਹਿੰਦੇ ਪਰਿਵਾਰ 'ਚੋਂ ਵੱਡਾ ਸਾਬੋ ਸੀ, ਜਿਹਦੇ ਇਲਾਕੇ 'ਚ ਉਹ ਹਿੱਸਾ ਆਇਆ ਸੀ, ਉਹਨੂੰ ਕਿਹਾ ਜਾਣ ਲੱਗਾ ਤਲਵੰਡੀ ਸਾਬੋ। ਇਸੇ ਤਰ੍ਹਾਂ ਪੰਜਾਬ 'ਚ ਬੜੀਆਂ ਤਲਵੰਡੀਆਂ ਨੇ ਜਿਹਦੇ ਕਿ ਨਾਮ ਲੱਗਦਾ ਤਲਵੰਡੀ। ਇਹਨਾਂ ਭੱਟੀ ਰਾਜਪੂਤਾਂ 'ਚ ਜਿਹੜੇ ਮੁਸਲਮਾਨ ਬਣ ਚੁੱਕੇ ਸੀ, ਜ਼ਮੀਨ ਦੀ ਵੰਡ ਹੋਈ। ਔਰ ਰਾਏ ਬਲਾਰ ਪੱਟੀ ਪੱਠੇ ਵਿੰਡ, ਅਸਲੀ ਨਾਂ ਜਿਹੜਾ ਭੱਟੀ ਵਿੰਡ ਹੈ, ਜਿਹੜਾ ਪਿੰਡ ਭੱਟੀਆਂ ਦੀ ਵੰਡ ਦੇ ਵਿੱਚ ਆਇਆ। ਪੱਠੇ ਵਿੰਡ ਅਸੀਂ ਬਾਅਦ 'ਚ ਪੰਜਾਬੀ 'ਚ ਬਣਾ ਲਿਆ। ਪਹਿਲੇ ਜਿਹੜੇ ਸਾਨੂੰ ਸਰੋਤ ਮਿਲਦੇ ਨੇ 14ਵੀਂ 15ਵੀਂ ਸਦੀ ਦੇ, ਉਹਨਾਂ ਦੇ ਵਿੱਚ ਜਿਹੜਾ ਸ਼ਬਦ ਹੈ ਉਹ ਭੱਟੀ ਵਿੰਡ ਹੈ, ਕਿ ਇਹ ਪਿੰਡ ਜਿਹੜਾ ਸੀ ਭੱਟੀਆਂ ਦੀ ਵੰਡ 'ਚ ਆਇਆ। ਇੱਥੋਂ ਉਹਦੀ ਵੰਡ ਦੇ ਵਿੱਚੋਂ ਇਲਾਕਾ ਆਇਆ ਤਲਵੰਡੀ। ਤਲਵੰਡੀ ਗਿਆ ਉਹ, ਤੇ ਨਾਲ ਗੁਰੂ ਨਾਨਕ ਸਾਹਿਬ ਦੇ ਪਿਤਾ ਨੂੰ ਲੈ ਗਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਉੱਥੇ ਅਜ਼ਮਤ ਦੇ ਕੁਝ ਕ੍ਰਿਸ਼ਮੇ ਵੇਖੇ, ਤੇ ਉਸ ਵੇਲੇ ਉਹਨੇ ਆਪਣੀ ਵੰਡ ਦੇ ਵਿੱਚੋਂ ਥੋੜੀ ਨਹੀਂ 14,500 ਏਕੜ ਦੇ ਕਰੀਬ ਜ਼ਮੀਨ ਜਿਹੜੀ ਸੀ ਗੁਰੂ ਨਾਨਕ ਸਾਹਿਬ ਦੇ ਨਾਂ ਲਾ ਦਿੱਤੀ। ਆ ਪਿੱਛੇ ਜੇ ਤੁਸੀਂ ਪੜ੍ਹਿਆ ਹੋਣਾ, ਇੱਕ ਬੜਾ ਤਗੜਾ ਜੁਡੀਸ਼ੀਅਲ ਸਟੇਟਮੈਂਟ ਆਈ ਸੀ ਪਾਕਿਸਤਾਨ ਦੀ ਅਖਬਾਰਾਂ ਦੇ ਵਿੱਚ, ਉਰਦੂ ਅਖਬਾਰਾਂ 'ਚ। ਰਾਏ ਬਲਾਰ ਭੱਟੀ ਦੇ ਖਾਨਦਾਨ ਦੇ ਵਿੱਚੋਂ ਹੁਣ ਇੱਕ ਵਕੀਲ ਹੋਏ ਨੇ, ਤੇ ਉਹਨਾਂ ਨੇ ਅਦਾਲਤ ਦੇ ਵਿੱਚ ਕੇਸ ਕਰਕੇ ਉਹ ਦੁਬਾਰਾ ਜ਼ਮੀਨ ਲੈਣ ਦੀ ਕੋਸ਼ਿਸ਼ ਕੀਤੀ ਸੀ, ਜਿਹੜੀ ਨਨਕਾਣਾ ਸਾਹਿਬ ਦੇ ਨਾਮ ਹੈ। ਪਰ ਅਦਾਲਤ ਦੇ ਵੱਲੋਂ ਕੇਸ ਖਾਰਜ ਕਰ ਦਿੱਤਾ ਗਿਆ। ਭਾਵੇਂ ਕਿ ਉਹ ਜ਼ਮੀਨ ਦੇ ਉੱਪਰ ਕੋਈ ਇੱਕ ਮਨੁੱਖ ਕਾਬਜ਼ ਨਹੀਂ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਗੁਰਦੁਆਰਿਆਂ ਦੀਆਂ ਜ਼ਮੀਨਾਂ ਦੀ ਦੁਰਵਰਤੋਂ ਹੋਈ ਹੈ, ਕਿ ਆਪਣੇ ਸਾਥੀਆਂ ਨੂੰ ਦਿੱਤੇ ਗਏ ਨੇ, ਆਪਣੇ ਰਿਸ਼ਤੇਦਾਰਾਂ ਨੂੰ ਦਿੱਤੇ ਗਏ ਨੇ, ਚਹੇਤਿਆਂ ਨੂੰ ਠੇਕੇ ਦੇ ਉੱਪਰ। ਅਜੇ ਤੱਕ ਵੀ ਕਈ ਜਿਹੜੀਆਂ ਐਸੀਆਂ ਜ਼ਮੀਨਾਂ ਨੇ ਗੁਰਦੁਆਰਿਆਂ ਦੀਆਂ 500 ਰੁਪਈਆ ਠੇਕੇ ਦੇ ਉੱਪਰ ਅਜੇ ਵੀ ਕੁਝ ਲੋਕਾਂ ਦੇ ਕੋਲ। ਇਸੇ ਤਰ੍ਹਾਂ ਉਦੋਂ ਵੀ ਦਿੱਤੇ ਗਏ। ਅੱਜ ਵੀ ਬਹੁਤ ਲੋਕਾਂ ਦੇ ਕੋਲ ਜ਼ਮੀਨ ਜਿਹੜੀ ਨਨਕਾਣਾ ਸਾਹਿਬ ਦੀ, ਜਿਹੜੇ ਪਰਿਵਾਰ ਬਾਹਰ ਰਹੇ ਨੇ ਉੱਥੇ। ਮਹੰਤ ਨਾਰਾਇਣ ਦਾਸ, ਇਹਦਾ ਜਿਹੜਾ ਵਡੇਰਾ ਸੀ, ਉਸ ਦੀ ਮੌਤ ਜਿਹੜੀ ਸੀ STD, ਸੈਕਸੁਅਲ ਟ੍ਰਾਂਸਮਿਟਡ ਡਿਸੀਜ਼, ਉਸ ਦੇ ਨਾਲ ਹੋਈ। ਨਾਰਾਇਣ ਦਾਸ ਜਿਹੜਾ ਇਹ ਨਨਕਾਣਾ ਸਾਹਿਬ ਦਾ ਮਹੰਤ ਬਣਿਆ। ਇਹ ਨਨਕਾਣਾ ਸਾਹਿਬ ਦਾ ਮਹੰਤ ਬਣਿਆ ਤੇ ਬ੍ਰਿਟਿਸ਼ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕਰ ਦਿੱਤਾ। ਆਰਡੀਨੈਂਸ ਕਿਉਂ ਜਾਰੀ ਕਰਨਾ ਪਿਆ? ਕਿਉਂਕਿ ਜਿਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ, ਉਹਦੇ ਤੋਂ ਬਾਅਦ ਬਾਬਾ ਮਹਾਰਾਜ ਸਿੰਘ ਨੇ ਦੁਬਾਰਾ ਆਜ਼ਾਦੀ ਦਾ ਝੰਡਾ ਚੁੱਕਿਆ। ਅੱਜ ਜਿੰਨੀਆਂ ਵੀ ਜੰਗਾਂ ਹੋਈਆਂ ਨੇ, ਚਾਹੇ ਸਭਰਾਵਾਂ ਦੀ ਜੰਗ ਹੈ, ਚਾਹੇ ਚੇਲਿਆਣੇ ਦੀ ਜੰਗ ਹੈ, ਚਾਹੇ ਮੁਦਗੀ ਦੀ ਜੰਗ ਹੈ, ਚਾਹੇ ਗੁਜਰਾਤ ਦੀ ਜੰਗ ਹੈ, ਇਹਦੇ ਵਿੱਚ ਅੰਗਰੇਜ਼ਾਂ ਦੇ ਗਫ ਤੋਂ ਲੈ ਕੇ ਹੈਨਰੀ ਲਾਰੈਂਸ ਤੱਕ ਸਾਰੇ ਲਿਖਾਰੀਆਂ ਨੂੰ ਇਹ ਗੱਲ ਲਿਖਣੀ ਪਈ ਹੈ ਕਿ ਸਿੱਖਾਂ ਦਾ ਲੀਡਰ ਹੈ ਨਹੀਂ ਸੀ। ਉਹ ਇਸ ਕਰਕੇ ਹਾਰੇ ਨੇ, ਜੇ ਕਿਤੇ ਸਿੱਖਾਂ ਦੇ ਕੋਲ ਕਾਬਲ ਲੀਡਰ ਹੁੰਦਾ ਤਾਂ ਸਿੱਖਾਂ ਨੂੰ ਸਾਡੀ ਤਾਕਤ ਨਹੀਂ ਸੀ ਹਰਾ ਦਿੰਦੇ। ਸ਼ਾਇਦ ਯੂਨੀਅਨ ਜੈਕ ਦੇ ਝੰਡੇ ਦੀਆਂ ਤਾਰਾਂ ਵਿਖਰ ਜਾਂਦੀਆਂ ਪੰਜਾਬ ਦੀ ਧਰਤੀ ਦੇ ਉੱਪਰ। ਇਹ ਗੱਲ ਬ੍ਰਿਟਿਸ਼ ਰਾਈਟਰ ਲਿਖਦੇ ਨੇ, ਜਿੰਨੇ ਵੀ ਬ੍ਰਿਟਿਸ਼ ਦੇ ਰਾਈਟਰ ਨੇ। ਉਸ ਸਮੇਂ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਦਸੰਬਰ 1892 ਦੇ ਵਿੱਚ ਇੱਕ ਗੱਲ ਚੱਲੀ ਸੀ ਕਿ ਸਿੱਖ ਸ਼ਰਾਈਨਸ ਆਰ, ਜਿਹੜੇ ਸਿੱਖਾਂ ਦੇ ਧਾਰਮਿਕ ਸਥਾਨ ਨੇ, ਸਟੇਟ ਵਿਦਿਨ ਦਾ ਸਟੇਟ। ਇੱਕ ਬੜੀ ਵੱਖਰੀ ਗੱਲ ਸੀ। ਇਸ ਗੱਲ ਦੇ ਉੱਪਰ ਚਰਚਾ ਹੋਈ ਕਿ ਸਿੱਖਾਂ ਦੇ ਗੁਰਦੁਆਰੇ ਸਟੇਟ ਦੇ ਵਿੱਚ ਵੀ ਇੱਕ ਵੱਖਰੀ ਸਟੇਟ ਨੇ, ਕਿਉਂਕਿ ਧਰਮ ਤੇ ਰਾਜਨੀਤੀ ਦੇ ਕੇਂਦਰ ਨੇ। ਜਿੰਨਾ ਚਿਰ ਤੱਕ ਸਿੱਖਾਂ ਦੇ ਗੁਰਦੁਆਰਿਆਂ ਦੇ ਉੱਪਰ ਕਬਜ਼ਾ ਨਹੀਂ ਕੀਤਾ ਜਾਂਦਾ, ਮਤ ਸਮਝੋ ਕਿ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਨੂੰ ਦਬਾ ਲਿਆ ਸੀ। ਬ੍ਰਿਟਿਸ਼ ਨੇ ਇੱਕ ਪਾਲਿਸੀ ਵਰਤੀ ਕਿ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਸੀ ਉਹ ਰੈਵਨਿਊ ਡਿਪਾਰਟਮੈਂਟ ਦੇ ਅੰਡਰ ਲੈਣ ਦਾ, ਜਿਸ ਤਰ੍ਹਾਂ ਪਟਵਾਰੀਆਂ ਦੇ ਕੋਲ ਪ੍ਰਬੰਧ ਹੁੰਦਾ ਅੱਜ ਵੀ ਖੇਤਾਂ ਦਾ, ਜ਼ਮੀਨ ਦਾ। ਜਿਹੜਾ ਗੁਰਦੁਆਰਾ ਪ੍ਰਬੰਧ ਸੀ ਉਹ ਰੈਵਨਿਊ ਡਿਪਾਰਟਮੈਂਟ ਦੇ ਕੋਲ ਆਇਆ। ਹੁਣ ਖਿਆਲ ਕਰਿਓ, ਰੈਵਨਿਊ ਡਿਪਾਰਟਮੈਂਟ ਦਾ ਜਿਹੜਾ ਹੈੱਡ ਸੀ, ਉਹਦੀਆਂ ਸਾਰੀਆਂ ਤਾਕਤਾਂ ਡਿਪਟੀ ਕਮਿਸ਼ਨਰ ਦੇ ਕੋਲ। ਮਹੰਤ ਜਿਹੜਾ ਉਹ ਧਾਰਮਿਕ ਆਗੂ ਹੈ। ਜਿਹੜਾ ਰੈਵਨਿਊ ਮਿਨਿਸਟਰ ਹੈ ਉਹ ਐਡਮਿਨਿਸਟ੍ਰੇਸ਼ਨ ਹੈ, ਡਿਪਟੀ ਕਮਿਸ਼ਨਰ ਹੈ ਲਾਹੌਰ ਦਾ ਮਿਸਟਰ ਕਿੰਗ। ਹੁਣ ਜਦੋਂ ਡਿਪਟੀ ਕਮਿਸ਼ਨਰ ਤੇ ਕਰਪਟ ਧਾਰਮਿਕ ਲੀਡਰਸ਼ਿਪ ਤੇ ਮਾੜੇ ਸਾਥੀ, ਤਿੰਨ ਚੀਜ਼ਾਂ, ਰਾਜਾ, ਮੁਕੱਦਮ ਤੇ ਕਾਜ਼ੀ, ਜਦੋਂ ਤਿੰਨੇ ਚੀਜ਼ਾਂ ਕਰਪਟ ਮਿਲ ਜਾਣ, ਫਿਰ ਗੁਰਦੁਆਰੇ 'ਚ ਮਾੜੇ ਕੰਮ ਕਿਉਂ ਨਹੀਂ ਹੋਣਗੇ? ਹੋਣਗੇ। ਜਿਸ ਬੰਦੇ ਦਾ ਇਖਲਾਕ ਮਾੜਾ ਹੋਵੇ ਤੇ ਪਿੱਛੇ ਰਾਜਨੀਤਿਕ ਤਾਕਤ ਹੋਵੇ, ਉਹ ਕਿਉਂ ਨਹੀਂ ਦੁਰਵਰਤੋਂ ਕਰੂਗਾ? ਜ਼ਰੂਰ ਕਰੂਗਾ। ਮਹੰਤ ਨਾਰਾਇਣ ਦਾਸ ਨੇ ਵੀ ਕੀਤੀ। ਕਿਉਂ? ਪਿੱਛੇ ਡਿਪਟੀ ਕਮਿਸ਼ਨਰ ਦਾ ਹੱਥ ਸੀ। ਔਰ ਮਹੰਤ ਨਾਰਾਇਣ ਦਾਸ, ਜੇਕਰ ਤੁਸੀਂ ਉਸ ਵੇਲੇ ਦੇ 26 ਦਸੰਬਰ 1920 ਦਾ ਇੱਕ ਸਰਕੂਲਰ ਵੇਖੋ ਨਾ, ਤਾਂ ਬੜੀ ਅਹਿਮ ਗੱਲ ਹੈ
ਕਿ ਲਾਹੌਰ ਦੇ ਡਿਪਟੀ ਕਮਿਸ਼ਨਰ ਨੇ ਪੂਰੀ ਇੰਡੀਆ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਮਹੰਤ ਨਾਰਾਇਣ ਦਾਸ ਹਿੰਦੁਸਤਾਨ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਆਪਣੇ ਵੈਪਨ ਦੇ ਲਾਇਸੈਂਸ ਬਣਾਉਣਾ ਚਾਹਵੇ, ਇਸ ਨੂੰ ਰੋਕਿਆ ਨਾ ਜਾਵੇ। ਕਿਤੇੋਂ ਵੀ ਅਸਲਾ ਖਰੀਦ ਸਕਦਾ ਹੈ, ਕਿਤੇੋਂ ਵੀ ਵੈਪਨ ਲਾਇਸੈਂਸ ਲੈ ਸਕਦਾ ਹੈ। ਔਰ ਖਿਆਲ ਕਰੋ ਕਿੰਨੇ ਹਥਿਆਰ ਇਕੱਠੇ ਕੀਤੇ ਹੋਣਗੇ ਜਿਸ ਮਨੁੱਖ ਨੂੰ ਇਹ ਇਜਾਜ਼ਤ ਮਿਲ ਜਾਵੇ ਡਿਪਟੀ ਕਮਿਸ਼ਨਰ ਦੇ ਵੱਲੋਂ ਕਿ ਇਹ ਹਰ ਥਾਂ ਦੇ ਉੱਪਰੋਂ ਹਥਿਆਰ ਖਰੀਦ ਸਕਦਾ। ਕੁਦਰਤਨ ਇੱਕ ਘਟਨਾ ਵਾਪਰੀ, ਇੱਕ ਸਿੰਧੀ ਪਰਿਵਾਰ ਮੱਥਾ ਟੇਕਣ ਵਾਸਤੇ ਆਇਆ ਨਨਕਾਣਾ ਸਾਹਿਬ ਦੇ ਵਿੱਚ। ਉਹਨਾਂ ਦੀ ਬੇਟੀ ਨੂੰ ਬਲਾਤਕਾਰ ਕਰਕੇ ਖਪਾ ਦਿੱਤਾ ਗਿਆ, ਨਹੀਂ ਲੱਭੀ, ਬੜੀ ਕੋਸ਼ਿਸ਼ ਕੀਤੀ। ਇਹ ਚੌਥੀ ਘਟਨਾ ਸੀ ਜਦੋਂ ਕੋਈ ਬੱਚੀ ਗੁਰਦੁਆਰੇ ਮੱਥਾ ਟੇਕਣ ਆਈ ਔਰ ਗੁਰਦੁਆਰੇ 'ਚ ਅਗਵਾ ਕਰਕੇ ਬਲਾਤਕਾਰ ਕਰਕੇ ਕਤਲ ਕਰ ਦਿੱਤੀ ਗਈ। ਅਖੀਰ ਸਿੱਖ ਲੀਡਰਸ਼ਿਪ ਤੱਕ ਇਹ ਸਾਰੀਆਂ ਗੱਲਾਂ ਪਹੁੰਚੀਆਂ। ਮਾਸਟਰ ਤਾਰਾ ਸਿੰਘ, ਮਹਿਤਾਬ ਸਿੰਘ, ਟਹਿਲ ਸਿੰਘ, ਚੰਦਾ ਸਿੰਘ, ਉੱਤਮ ਸਿੰਘ, ਸਰਦਾਰ ਲਛਮਣ ਸਿੰਘ ਧਾਰੋਵਾਲੀ ਔਰ ਕਰਤਾਰ ਸਿੰਘ ਝੱਬਰ, ਇਹਨਾਂ ਸਾਰਿਆਂ ਨੇ ਇੱਕ ਮੀਟਿੰਗ ਕੀਤੀ ਹੈ। ਮੀਟਿੰਗ ਇਹ ਕੀਤੀ ਕਿ 5 ਮਾਰਚ ਨੂੰ ਅਸੀਂ ਮਹੰਤ ਨਾਰਾਇਣ ਦਾਸ ਦੇ ਕੋਲੋਂ ਗੁਰਦੁਆਰਾ ਪ੍ਰਬੰਧ ਜਿਹੜਾ ਉਹ ਸੰਭਾਲ ਲਵਾਂਗੇ। ਗੁਰਦੁਆਰਾ ਪ੍ਰਬੰਧ ਨੂੰ ਸੰਭਾਲਣ ਦੇ ਵਾਸਤੇ ਸਿੱਖਾਂ ਨੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵੇਲੇ ਇਹ ਲਾਹੌਰ ਦੇ ਖਾਲਸਾ ਸਕੂਲ ਦੇ ਵਿੱਚ ਮੀਟਿੰਗ ਕਰਕੇ ਫੈਸਲਾ ਲੈ ਰਹੇ ਸੀ, ਉਦੋਂ ਇੱਕ ਬ੍ਰਾਹਮਣਾਂ ਦਾ ਬੱਚਾ ਸੁਣ ਰਿਹਾ ਸੀ। ਉਸਨੇ ਘਰ ਜਾ ਕੇ ਆਪਣੇ ਪਿਤਾ ਨੂੰ ਦੱਸਿਆ, ਪਿਤਾ ਜੀ 10ਵੀਂ ਕਲਾਸ ਦਾ ਵਿਦਿਆਰਥੀ ਸੀ, ਅੱਜ ਮੈਂ ਸੁਣਿਆ ਸਿੱਖਾਂ ਦੇ ਲੀਡਰ ਜਿਹੜੇ ਨੇ ਉਹ ਮਹੰਤ ਦੇ ਕੋਲੋਂ ਗੁਰਦੁਆਰਾ ਖੋਹਣ ਦੀਆਂ ਸਕੀਮਾਂ ਬਣਾ ਰਹੇ ਸੀ। ਉਹਨਾਂ 5 ਮਾਰਚ ਦਿਨ ਦੱਸਿਆ। ਬੱਚੇ ਨੇ ਆਪਣੇ ਪਿਤਾ ਨੂੰ ਦੱਸਿਆ। ਪਿਤਾ ਜਿਹੜਾ ਨਾਰਾਇਣ ਦਾਸ ਦਾ ਚੇਲਾ ਸੀ, ਉਸਨੇ ਆ ਕੇ ਨਾਰਾਇਣ ਦਾਸ ਨੂੰ ਦੱਸ ਦਿੱਤਾ। ਕਹਿੰਦਾ ਕਿ ਤੇਰੇ ਜਿਹੜੇ ਸਿੱਖ ਵਿਰੋਧੀ ਨੇ ਉਹ ਤੇਰੇ ਹੱਥੋਂ ਗੁਰਦੁਆਰਾ ਖੋਹਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਨੇ। ਨਾਰਾਇਣ ਦਾਸ ਨੇ ਉਸੇ ਵੇਲੇ ਡਿਪਟੀ ਕਮਿਸ਼ਨਰ ਕਿੰਗ ਦੇ ਨਾਲ ਗੱਲ ਕੀਤੀ। ਉਸ ਵੇਲੇ ਦੇ ਅੱਜ ਵੀ ਖੈਰ ਮੇਰੇ ਖਿਆਲ ਨਾਲ ਹੁਣ ਹੈ ਥੋੜੀ ਬਹੁਤੀ ਪਰ ਘੱਟ ਹੀ ਗਈ ਹੈ, 10 ਨੰਬਰੀ ਬਦਮਾਸ਼ ਹੁੰਦੇ ਸੀ। 4 10 ਨੰਬਰੀ ਬਦਮਾਸ਼ ਮੰਗਵਾਏ ਗਏ, ਰਾਂਝਾ, ਰਹਾਣਾ, ਅਸਲਮ ਤੇ ਹਰੀਆ। ਇਹ 4 ਬਦਮਾਸ਼ ਸੀ ਜਿਹੜੇ ਉਸ ਵੇਲੇ 10 ਨੰਬਰੀ ਬਦਮਾਸ਼ ਸੀ। ਇਹਨਾਂ ਨੂੰ ਇੱਕ ਕੰਮ ਦਿੱਤਾ ਗਿਆ। ਇਹਨਾਂ ਨੂੰ ਇਹ ਕਿਹਾ ਗਿਆ ਕਿ ਗੁਰਦੁਆਰੇ ਦੇ ਵਿੱਚ ਹਥਿਆਰ, ਤੇਲ ਦੀਆਂ ਪੀਪੀਆਂ, ਇੱਟਾਂ ਰੋੜੇ, ਬਰਸ਼ੀਆਂ, ਕਿਰਪਾਨਾਂ, ਬੰਦੂਕਾਂ, ਪਿਸਤੌਲ, ਤਮੰਚੇ, ਕਾਰਬਾਈਨਾਂ ਇਹ ਸਾਰੇ ਇਕੱਠੇ ਕਰ ਲਓ। 5 ਮਾਰਚ ਨੂੰ ਸਿੱਖਾਂ ਦੇ ਲੀਡਰ ਆਉਣਗੇ, ਅਸੀਂ ਸਾਰੇ ਕਤਲ ਕਰ ਦੇਵਾਂਗੇ, ਸਾਰੇ ਹੀ ਕਤਲ ਕਰ ਦਿੱਤੇ ਜਾਣਗੇ। ਔਰ ਇਹ ਜਿਹੜੇ 4 ਬਦਮਾਸ਼ ਸੀ, ਇਹਨਾਂ ਸਾਰਿਆਂ ਦੀ 5 ਮਾਰਚ ਦੀ ਹਾਜ਼ਰੀ ਥਾਣੇ ਵਿੱਚ ਹੋਵੇਗੀ। ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਇਹਨਾਂ ਨੂੰ ਬਰੀ ਕਰਾਉਣਾ ਬੜਾ ਸੌਖਾ ਹੋਵੇਗਾ ਜੀ। ਇਹ ਤਾਂ ਥਾਣੇ ਦੇ ਵਿੱਚ ਹਾਜ਼ਰ ਸੀ ਕਿਉਂਕਿ ਇਹਨਾਂ ਨੇ ਤੇ ਕੋਈ ਮੁਕੱਦਮਾ ਚੱਲ ਰਿਹਾ ਸੀ, ਇਹ ਤਾਂ ਉੱਥੇ ਹੈ ਹੀ ਨਹੀਂ ਸੀ। ਇਹ ਪਲੈਨਿੰਗ ਬਣਾਈ ਗਈ ਔਰ ਇਸ ਪਲੈਨਿੰਗ ਦਾ ਪਤਾ ਸਰਦਾਰ ਉੱਤਮ ਸਿੰਘ ਨੂੰ ਲੱਗ ਗਿਆ। ਸਰਦਾਰ ਉੱਤਮ ਸਿੰਘ ਨੇ ਕੁਝ ਸਿੱਖ ਲੀਡਰਸ਼ਿਪ ਤੱਕ ਇੱਕ ਗੱਲ ਪਹੁੰਚਾਈ। ਉਹਨਾਂ 'ਚ ਸਰਦਾਰ ਪਹਿਲੇ ਸਨ ਸਰਦਾਰ ਲਛਮਣ ਸਿੰਘ ਧਾਰੋਵਾਲੀ, ਜਿਨ੍ਹਾਂ ਦੇ ਅਸਥਾਨ ਦੇ ਉੱਪਰੋਂ ਤੁਸੀਂ ਜਿੱਥੋਂ ਦੇ ਇਸ ਪਿੰਡ ਦੇ ਨਾਲ ਉਹਨਾਂ ਦਾ ਸੰਬੰਧ ਸੀ, ਵਸਨੀਕ ਸੀ। ਔਰ ਸਭ ਤੋਂ ਵੱਡੀ ਗੱਲ ਕਿ ਮਤ ਇਹ ਸਮਝੀਏ ਕਿ ਉਹਨਾਂ ਦੀ ਸ਼ਹਾਦਤ ਸਭ ਤੋਂ ਵੱਡੀ ਸੀ। ਉਹਨਾਂ ਦੀ ਸ਼ਹਾਦਤ ਦੇ ਪਿੱਛੇ ਸਭ ਤੋਂ ਵੱਡੀ ਅਹਿਮੀਅਤ ਇਹ ਸੀ ਕਿ ਜੇ ਕਿਤੇ ਇਹ ਘਟਨਾ ਨਾ ਵਾਪਰਦੀ ਤੇ ਸਿੱਖਾਂ ਦੀ ਸਾਰੀ ਲੀਡਰਸ਼ਿਪ ਖਤਮ ਹੋ ਜਾਣੀ ਸੀ। ਜੇ ਕਿਤੇ ਇਹ ਘਟਨਾ 5 ਮਾਰਚ ਨੂੰ ਵਾਪਰਦੀ ਤਾਂ ਮਾਫ ਕਰਨਾ, ਸਰਦਾਰ ਮਹਿਤਾਬ ਸਿੰਘ, ਤਾਰਾ ਸਿੰਘ, ਉੱਤਮ ਸਿੰਘ, ਟਹਿਲ ਸਿੰਘ, ਚੰਦਾ ਸਿੰਘ, ਦੇਵਾ ਸਿੰਘ, ਲਛਮਣ ਸਿੰਘ, ਕਰਤਾਰ ਸਿੰਘ ਝੱਬਰ, ਈਸ਼ਰ ਸਿੰਘ ਮਝੈਲ, ਇਹਨਾਂ 'ਚੋਂ ਕੋਈ ਵੀ ਲੀਡਰ ਨਾ ਬਚਦਾ ਕਿਉਂਕਿ ਸਾਰੇ 5 ਮਾਰਚ ਨੂੰ ਜਾਣਾ ਸੀ, ਸਾਰੇ ਕਤਲ ਕਰ ਦਿੱਤੇ ਜਾਣੇ ਸੀ। ਸਰਦਾਰ ਝੱਬਰ ਨੇ ਔਰ ਸਰਦਾਰ ਲਛਮਣ ਸਿੰਘ ਨੇ ਫੈਸਲਾ ਕੀਤਾ ਕਿ ਇਸ ਤੋਂ ਪਹਿਲਾਂ ਕਿ ਸਿੱਖ ਲੀਡਰਸ਼ਿਪ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਵੇ, ਅਸੀਂ ਗੁਰਦੁਆਰੇ ਦਾ ਪ੍ਰਬੰਧ ਨਾਰਾਇਣ ਦਾਸ ਦੇ ਕੋਲੋਂ ਲੈ ਲਈਏ। ਮੀਟਿੰਗਾਂ ਹੋਈਆਂ। ਉਹਨਾਂ ਮੀਟਿੰਗਾਂ ਦੇ ਵਿੱਚ ਇੱਕ ਦਿਨ ਮਿੱਥਿਆ ਗਿਆ ਕਿ 20 ਫਰਵਰੀ ਦੀ ਰਾਤ ਨੂੰ ਅਸੀਂ ਨਨਕਾਣਾ ਸਾਹਿਬ ਦੇ 2 ਕੁ ਬਾਰ ਪੰਚਪੁਲੇ ਦੇ ਸਥਾਨ ਤੇ ਇਕੱਠੇ ਹੋਵਾਂਗੇ। ਸਵੇਰੇ ਅੰਮ੍ਰਿਤ ਵੇਲਾ ਹੋਵੇਗਾ 21 ਫਰਵਰੀ ਦਾ ਦਿਨ, ਤੇ ਅਸੀਂ ਜਾ ਕੇ ਗੁਰਦੁਆਰਾ ਸਾਹਿਬ ਦਾ ਸ਼ਾਂਤਮਈ ਢੰਗ ਦੇ ਨਾਲ ਕਬਜ਼ਾ ਲੈ ਲਵਾਂਗੇ। ਹੁਣ ਖਿਆਲ ਕਰਿਓ, ਇਸ ਗੱਲ ਦੇ ਵਾਸਤੇ ਉਹਨਾਂ ਸਮਿਆਂ 'ਚ ਨਾ ਤੇ ਕੋਈ ਮੋਬਾਈਲ, ਨਾ ਕੋਈ ਟੈਲੀਫੋਨ, ਨਾ ਕੋਈ ਹੋਰ ਢੰਗ ਤਰੀਕਾ, ਤੇ ਖਬਰ ਬਹੁਤ ਛੇਤੀ ਪਹੁੰਚਾਉਣੀ ਸੀ। ਟੈਲੀਗ੍ਰਾਮ ਇੱਕ ਸਾਧਨ ਸੀ ਤੇ ਟੈਲੀਗ੍ਰਾਮ ਜਿਹੜੀ ਸੀ ਉਹ ਜਿਸ ਪ੍ਰਬੰਧ ਦੇ ਵਿੱਚੋਂ ਲੰਘ ਕੇ ਜਾਂਦੀ ਹੈ, ਤੁਹਾਨੂੰ ਪਤਾ ਹੈ ਪੁਰਾਣੇ ਬਜ਼ੁਰਗਾਂ ਨੂੰ, ਉਹਨੂੰ ਕੋਈ ਵੀ ਪੜ੍ਹ ਸਕਦਾ ਹੈ। ਟੈਲੀਗ੍ਰਾਮ ਕਰਨ ਵਾਲਾ ਵੀ, ਟੈਲੀਗ੍ਰਾਫਿਕ ਸਿਸਟਮ ਵੀ, ਤੇ ਜਿਹਦੇ ਕੋਲ ਅੱਗੇ ਪਹੁੰਚਦੀ ਉਹ ਵੀ ਪੜ੍ਹ ਸਕਦਾ। ਹੁਣ ਸੀ ਕਿ ਅੰਗਰੇਜ਼ਾਂ ਤੋਂ ਤੇ ਮਹੰਤ ਦੇ ਬੰਦਿਆਂ ਤੋਂ ਕਿਸ ਤਰ੍ਹਾਂ ਇਸ ਗੱਲ ਨੂੰ ਛੁਪਾਇਆ ਜਾਵੇ। ਇੱਕ ਕੋਡਵਰਡ ਤਿਆਰ ਕੀਤਾ ਗਿਆ। ਇੱਕ ਬੰਦਾ ਸਿੱਖਾਂ ਦੇ ਪਿੰਡਾਂ 'ਚ ਤੋਰ ਦਿੱਤਾ ਗਿਆ, ਉਹਨਾਂ ਦੇ ਐਡਰੈਸ ਲਏ ਗਏ ਤੇ ਨਾਲ ਹੀ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਜੇ 20 ਫਰਵਰੀ ਦਾ ਪ੍ਰੋਗਰਾਮ ਪੱਕਾ ਹੋਇਆ ਕਿ ਅਸੀਂ 21 ਨੂੰ ਕਬਜ਼ਾ ਲੈਣਾ ਹੈ, ਤੁਹਾਨੂੰ ਇੱਕ ਟੈਲੀਗ੍ਰਾਮ ਆਵੇਗੀ। ਜੇਕਰ ਉਸ ਟੈਲੀਗ੍ਰਾਮ ਤੇ ਲਿਖਿਆ ਹੋਵੇ ਕੰਬਲ ਲੱਭ ਪਏ ਨੇ,
ਤੁਸੀਂ ਆ ਜਾਣਾ। ਜੇ ਲਿਖਿਆ ਹੋਵੇ ਕੰਬਲ ਨਹੀਂ ਲੱਭੇ ਫਿਰ ਤੁਸੀਂ ਨਹੀਂ ਆਉਣਾ। ਸੋ ਇਹ ਉਸ ਵੇਲੇ ਦਾ ਇੱਕ ਬੜਾ ਵੱਡਾ ਸੀਕ੍ਰੇਟ ਕੋਡ ਸੀ। ਕੰਬਲ ਲੱਭ ਪਏ ਨੇ। ਅਖੀਰ 17, 18, 19 ਫਰਵਰੀ ਨੂੰ ਇਹ ਟੈਲੀਗ੍ਰਾਮ ਸਿੱਖਾਂ ਨੂੰ ਮਿਲਣੀਆਂ ਸ਼ੁਰੂ ਹੋ ਗਈਆਂ। ਕੰਬਲ ਲੱਭ ਪਏ ਨੇ, ਇਹਦਾ ਮਤਲਬ ਸੀ ਕਿ ਹੁਣ ਅਸੀਂ 20 ਫਰਵਰੀ ਨੂੰ ਨਨਕਾਣਾ ਸਾਹਿਬ ਨੂੰ ਚਾਲੇ ਪਾਉਣੇ ਨੇ। ਸਿੱਖਾਂ ਨੇ ਪਿੰਡਾਂ ਦੇ ਵਿੱਚ ਸ਼ਹੀਦੀ ਜਥੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਅਕਾਲੀ ਦਲ ਦਾ ਮੁੱਢ ਬੱਜਿਆ। ਮਾਫ ਕਰਨਾ, ਭਾਵੇਂ ਅੱਜ ਅਕਾਲੀ ਦਲ ਜਿਹੜਾ ਉਹਨਾਂ ਰਵਾਇਤਾਂ ਦੇ ਉੱਪਰ ਨਹੀਂ ਕਾਬਜ ਰਹਿ ਸਕਿਆ ਜਾਂ ਕਾਇਮ ਨਹੀਂ ਰਹਿ ਸਕਿਆ, ਪਰ ਅਕਾਲੀ ਦਲ ਦਾ ਜਿਹੜਾ ਮੁੱਢ ਹੈ ਉਹ ਉਹਨਾਂ ਸ਼ਹੀਦੀ ਜਥਿਆਂ ਦੇ ਵਿੱਚੋਂ ਬੱਚਾ। ਇਹ ਅਕਾਲੀ ਜਥੇ ਸੀ, ਇਹਨਾਂ ਨੂੰ ਅਕਾਲੀ ਜਥੇ ਕਿਹਾ ਜਾਣ ਲੱਗਾ। ਉਸ ਵੇਲੇ ਪਿੰਡਾਂ ਦੇ ਵਿੱਚ ਸੁਨੇਹੇ ਪਹੁੰਚੇ। ਮੈਂ ਤੁਹਾਡੀ ਸੂਤ ਨੂੰ ਥੋੜਾ ਹੋਰ ਪਿੱਛੇ ਲੈ ਕੇ ਜਾਣਾ ਚਾਹੁੰਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕੰਵਰ ਖੜਕ ਸਿੰਘ ਦਾ ਪੁੱਤਰ ਕੰਵਰ ਨੌਨਿਹਾਲ ਸਿੰਘ, ਉਸ ਦਾ ਇੱਕ ਆਪਣਾ ਸਿਪਾਹੀ ਦਸਤਾ ਸੀ ਗੁਰੂ ਹਰਰਾਏ ਸਾਹਿਬ ਦੇ ਨਾਂ ਦੇ ਉੱਪਰ, ਔਰ ਉਸ ਦੇ ਵਿੱਚ ਇੱਕ ਬੜੇ ਜਾਂਬਾਜ਼ ਬਹਾਦਰ ਸਨ। ਉਹਨਾਂ ਦਾ ਨਾਮ ਸੀ ਦਿੱਤ ਸਿੰਘ। ਉਸ ਦੇ ਬੇਟੇ ਦਾ ਨਾਮ ਕਾਬਲ ਸਿੰਘ ਸੀ। ਕਾਬਲ ਸਿੰਘ ਦੀ ਘਰਵਾਲੀ ਦਾ ਨਾਮ ਹਰਨਾਮ ਕੌਰ ਸੀ ਤੇ ਹਰਨਾਮ ਕੌਰ ਦੇ ਬੇਟੇ ਦਾ ਨਾਮ ਕਿਹਰ ਸਿੰਘ ਸੀ। ਇਹ ਜਿਹੜਾ ਕਿਹਰ ਸਿੰਘ ਹੈ ਇਹ ਬ੍ਰਿਟਿਸ਼ ਆਰਮੀ ਦੇ ਵਿੱਚ ਸੀ। ਬ੍ਰਿਟਿਸ਼ ਆਰਮੀ ਦੇ ਵਿੱਚ ਜਿਹੜਾ ਕਿਹਰ ਸਿੰਘ ਸੀ ਇਹ ਬੜਾ ਬਹਾਦਰ ਸੀ। ਇਸਨੇ ਐਥਲੈਟਿਕਸ ਦੇ ਵਿੱਚ ਉਹਨਾਂ ਸਮਿਆਂ 'ਚ 2 ਗੋਲਡ ਮੈਡਲ ਜਿੱਤੇ। ਸ਼ਿਕਾਰੀ ਬੜਾ ਵਧੀਆ ਸੀ। 1913-14 ਦੀ ਅੰਗਰੇਜ਼ੀ ਅਖਬਾਰ ਦੇ ਵਿੱਚ ਇੱਕ ਤਸਵੀਰ ਛਪੀ ਸੀ। ਕਿਸ ਕਰਕੇ ਉਹ ਤਸਵੀਰ ਛਪੀ ਸੀ ਕਿ ਇਹ ਕੇਰ ਸਿੰਘ ਆਪਣੇ ਅੰਗਰੇਜ਼ ਆਫੀਸਰ ਦੇ ਨਾਲ ਸ਼ਿਕਾਰ ਵਾਸਤੇ ਗਿਆ। ਜੰਗਲ ਦੇ ਵਿੱਚ ਸ਼ੇਰ ਦਾ ਸ਼ਿਕਾਰ ਕਰਨ ਦੇ ਵਾਸਤੇ ਮਚਾਨ ਬਣਾਇਆ ਜਾਂਦਾ ਹੈ। ਇਹ ਮਚਾਨ ਦੇ ਉੱਪਰ ਬੈਠਾ ਇਸ ਦਾ ਆਫੀਸਰ, ਕੇਰ ਸਿੰਘ ਥੱਲੇ ਹੈ। ਸ਼ੇਰ ਦੀ ਦਹਾੜ ਸੁਣੀ, ਆਵਾਜ਼ ਸੁਣੀ ਤੇ ਇਸ ਦਾ ਆਫੀਸਰ ਕਹਿੰਦਾ ਕੇਰ ਸਿੰਘ ਜਲਦੀ ਉੱਪਰ ਆ ਜਾਓ, ਸ਼ੇਰ ਆ ਗਿਆ। ਤੇ ਕੇਰ ਸਿੰਘ ਕਹਿੰਦਾ ਤੁਸੀਂ ਉੱਪਰ ਰਹੋ, ਮੈਂ ਉੱਪਰ ਨਹੀਂ ਆ ਸਕਦਾ। ਕਹਿੰਦਾ ਕਿਉਂ ਨਹੀਂ ਆ ਸਕਦਾ? ਕਹਿੰਦਾ ਇਸ ਕਰਕੇ ਕਿ ਸ਼ੇਰ ਇੱਕ ਹੈ ਤੇ ਅਸੀਂ 2 ਹਾਂ। ਕਹਿੰਦਾ ਤੂੰ ਵੀ ਤਾਂ ਇੱਕ ਹੈ, ਦੂਸਰੇ ਪਾਸੇ ਸ਼ੇਰ ਹੈ ਤੇ ਤੂੰ ਕਹਿ ਰਿਹਾ ਅਸੀਂ 2 ਹਾਂ। ਕਹਿੰਦਾ ਹਾਂ, ਮੇਰੀ ਮਾਂ ਨੇ ਮੇਰਾ ਨਾਂ ਕਿਹਰ ਸਿੰਘ ਰੱਖਿਆ ਹੈ। ਕਿਹਰ ਦਾ ਮਤਲਬ ਵੀ ਸ਼ੇਰ ਹੈ ਤੇ ਸਿੰਘ ਦਾ ਮਤਲਬ ਵੀ ਸ਼ੇਰ ਹੈ। ਸੋ ਸ਼ੇਰ ਇੱਕ ਆ ਰਿਹਾ ਹੋਵੇ ਤੇ ਜਿਸ ਦੇ ਨਾਂ ਦੇ ਵਿੱਚ 2 ਸ਼ੇਰਾਂ ਦਾ ਜ਼ਿਕਰ ਹੋ, ਕਿਵੇਂ ਭੱਜ ਸਕਦਾ? ਕਹਿੰਦਾ ਹੁਣ ਤੇ ਸ਼ੇਰ ਨਾਲ ਮੁਕਾਬਲਾ ਹੋਵੇਗਾ। ਰਾਈਫਲ ਵੀ ਇਸ ਦੇ ਕੋਲ ਨਹੀਂ ਸੀ, ਬਰਛੀ ਸੀ। ਉਸ ਦੇ ਨਾਲ ਕਿਹਰ ਸਿੰਘ ਨੇ ਸ਼ੇਰ ਦਾ ਮੁਕਾਬਲਾ ਕੀਤਾ। ਸਰਦਾਰ ਸ਼ਮਸ਼ੇਰ ਸਿੰਘ ਝਬਾਲੀਆ ਨੇ ਆਪਣੀ ਕਿਤਾਬ ਦੇ ਵਿੱਚ ਉਹ ਤਸਵੀਰ ਜਿਹੜੀ ਸੀ ਉਹ ਜਾਰੀ ਕੀਤੀ ਸੀ। ਸਭ ਤੋਂ ਪਹਿਲਾਂ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਆਈ ਸੀ। ਇਸ ਕਿਹਰ ਸਿੰਘ ਨੇ ਆਪਣੇ ਬਰਛੇ ਦੇ ਨਾਲ ਸ਼ੇਰ ਦਾ ਸ਼ਿਕਾਰ ਕੀਤਾ। ਸ਼ੇਰ ਮਾਰਿਆ ਗਿਆ। ਆਫੀਸਰ ਖੁਸ਼ ਹੋਇਆ। ਕਿਹਰ ਸਿੰਘ ਦੇ ਘਰ ਵਿਆਹ ਨੂੰ ਕਾਫੀ ਸਮਾਂ ਹੋ ਚੁੱਕਾ ਸੀ, ਕੋਈ ਬੱਚਾ ਨਾ ਹੋਇਆ। ਹਰਿਮੰਦਰ ਸਾਹਿਬ ਜਾ ਕੇ ਅਰਦਾਸ ਕੀਤੀ। ਕੁਦਰਤਨ ਕੁਝ ਚਿਰ ਬਾਅਦ ਇੱਕ ਬੱਚੇ ਨੇ ਜਨਮ ਲਿਆ, ਪਰ ਅਫਸੋਸ ਬੱਚੇ ਦਾ ਜਨਮ ਲੈਂਦਿਆਂ ਮਾਂ ਦੀ ਮੌਤ ਹੋ ਗਈ। ਬੱਚੇ ਦਾ ਨਾਮ ਗੁਰੂ ਦਰਬਾਰ ਚੋਂ ਮਿਲਿਆ ਹੋਣ ਕਰਕੇ ਦਰਬਾਰਾ ਸਿੰਘ ਰੱਖਿਆ ਗਿਆ। ਮਾਂ ਦੀ ਮੌਤ ਤੋਂ ਬਾਅਦ ਬੱਚੇ ਨੂੰ ਉਸਦੀ ਦਾਦੀ ਹਰਨਾਮ ਕੌਰ ਨੇ ਪਾਲਿਆ। ਹਰਨਾਮ ਕੌਰ ਜਿਹੜੀ ਹੈ ਕਿਹਰ ਸਿੰਘ ਦੀ ਮਾਤਾ, ਕਾਬਲ ਸਿੰਘ ਦੀ ਘਰਵਾਲੀ ਹੈ। ਬੱਚੇ ਨੂੰ ਪਾਲਦੀ ਹੈ। ਬੱਚਾ 4-5 ਸਾਲ ਦਾ ਹੋਇਆ। ਉਸ ਮਾਫ ਕਰਨਾ, ਅੱਜ ਤੇ ਸਾਡੇ ਕੋਲ ਟੀਵੀ ਦੇ ਅੱਗੋਂ ਉੱਠਣ ਦਾ ਵੇਲ ਹੀ ਨਹੀਂ ਹੈਗਾ। ਉਸ ਸਮੇਂ ਦਾਦੀ ਮਾਂ ਜਿਹੜੀ ਹੈ ਉਹ ਬੱਚੇ ਨੂੰ ਆਪਣੀ ਗੋਦ ਦੇ ਵਿੱਚ ਆਪਣੇ ਧਰਮ ਦੇ ਬਾਰੇ ਦੱਸਦੀ ਹੈ। ਸਾਡਾ ਧਰਮ ਕੀ ਹੈ, ਸਾਹਿਬਜ਼ਾਦੇ ਕਿੰਜ ਸ਼ਹੀਦ ਹੋਏ, ਸ਼ਹਾਦਤਾਂ ਕਿਵੇਂ ਹੁੰਦੀਆਂ ਨੇ, ਸ਼ਹੀਦ ਕਿਹਨੂੰ ਕਹਿੰਦੇ ਨੇ, ਇਹ ਸਾਰਾ ਕੁਝ ਉਹ ਬੱਚਾ ਆਪਣੀ ਮਾਂ ਦੀ ਗੋਦ 'ਚੋਂ ਸਿੱਖਦਾ ਹੈ। ਤੇ ਮਾਫ ਕਰਨਾ, ਇੱਕ ਦਿਨ ਉਹ ਆਪਣੀ ਮਾਂ ਨੂੰ ਇੱਕ ਸਵਾਲ ਕਰਦਾ, ਦਾਦੀ ਮਾਂ ਨੂੰ, ਦਾਦੀ ਮਾਂ ਸ਼ਹੀਦ ਕੌਣ ਹੁੰਦਾ ਹੈ? ਕਹਿੰਦੀ ਪੁੱਤ ਜਿਹੜਾ ਆਪਣੇ ਧਰਮ ਦੇ ਵਾਸਤੇ ਜਾਨ ਕੁਰਬਾਨ ਕਰਦਾ ਹੈ। ਕਹਿੰਦਾ ਸਾਹਿਬਜ਼ਾਦੇ ਕਿਉਂ ਸ਼ਹੀਦ ਸਨ? ਕਹਿੰਦੀ ਕਿਉਂਕਿ ਸਾਹਿਬਜ਼ਾਦੇ ਨੇ ਆਪਣੇ ਧਰਮ ਦੀ ਖਾਤਰ ਆਪਣਾ ਆਪਾ ਵਾਰ ਦਿੱਤਾ। ਅਗਲਾ ਸਵਾਲ ਕਰਦਾ, ਦਾਦੀ ਮਾਂ ਮੈਂ ਵੀ ਸ਼ਹੀਦ ਹੋਣਾ? ਹੁਣ ਖਿਆਲ ਕਰਿਓ, ਇੱਕ 4.5 ਸਾਲ 5 ਦਾ ਬੱਚਾ ਆਪਣੀ ਦਾਦੀ ਮਾਂ ਦੀ ਗੋਦ ਦੇ ਵਿੱਚ ਭਾਵੁਕਤਾ ਦੇ ਨਾਲ ਇਹ ਸਵਾਲ ਕਰੇ ਕਿ ਮੈਂ ਵੀ ਸ਼ਹੀਦ ਹੋਣਾ ਹੈ। ਅੱਜ ਵਰਗੀ ਦਾਦੀ ਹੁੰਦੀ ਕਹਿੰਦੀ ਨਾ ਪੁੱਤ ਇੰਝ ਦੀਆਂ ਗੱਲਾਂ ਨਹੀਂ ਕਰੀਦੀਆਂ, ਤੂੰ ਸ਼ਹੀਦ ਕਿਉਂ ਹੋਣਾ? ਮੈਂ ਤੇ ਤੈਨੂੰ ਹਨੀ ਸਿੰਘ ਬਣਾਉਣਾ, ਤੂੰ ਸ਼ਹੀਦ ਕਿਉਂ ਹੋਣਾ? ਅੱਜ ਦੀ ਦਾਦੀ ਇਹ ਕਹਿੰਦੀ। ਉਸ ਦਾਦੀ ਦੇ ਸ਼ਬਦ ਕੀ ਨੇ? ਕਹਿੰਦੀ ਬੇਟਾ ਮੈਂ ਵੀ ਅਰਦਾਸ ਕਰੂੰਗੀ ਗੁਰੂ ਦੇ ਚਰਨਾਂ ਦੇ ਵਿੱਚ, ਤੇ ਤੂੰ ਵੀ ਜਦੋਂ ਗੁਰਦੁਆਰੇ ਜਾਣਾ ਅਰਦਾਸ ਕਰਿਆ ਕਰ, ਕਿਤੇ ਪ੍ਰਮਾਤਮਾ ਤੇਰੀ ਝੋਲੀ 'ਚ ਸ਼ਹਾਦਤ ਦੀ ਦਾਤ ਪਾ ਦੇਵੇ, ਤੂੰ ਹੀ ਅਰਦਾਸ ਕਰਿਆ ਕਰ। ਇਹ ਸੀ ਦਾਦੀ। ਬੇਟਾ ਮੈਂ ਵੀ ਅਰਦਾਸ ਕਰੂੰਗੀ ਤੇ ਤੂੰ ਵੀ ਜਦੋਂ ਮੇਰੇ ਨਾਲ ਸਵੇਰੇ ਗੁਰਦੁਆਰੇ ਜਾਣਾ ਹੈ ਨਾ, ਅਰਦਾਸ ਕਰਿਆ ਕਰ ਕਿ ਤੇਰੀ ਝੋਲੀ 'ਚ ਸ਼ਹਾਦਤ ਦੀ ਦਾਤ ਪੈ ਜਾਵੇ। ਬੱਚੇ ਦਾ ਜਨਮ ਕੁਦਰਤਨ ਮਿਲਦਾ ਤਾਂ ਨਹੀਂ ਕਿ ਕਿਹੜੀ ਸੰਨ ਦਾ ਹੋਵੇਗਾ, ਪਰ ਸ਼ਹਾਦਤ ਦੇ ਸਮੇਂ ਉਸ ਦੀ ਉਮਰ ਜਿਹੜੀ ਹੈ ਉਹ 8 ਸਾਲ ਹੈ ਤੇ 1921 ਫਰਵਰੀ 'ਚ ਸ਼ਹਾਦਤ ਹੋਈ ਹੈ। ਕੁਦਰਤਨ ਉਸ ਦਾ ਜਨਮ 13 ਜਾਂ 14 ਦੇ ਕਰੀਬ ਦਾ ਬਣਦਾ ਹੈ, 1913-14 ਦਾ। ਇਹ ਜਰਗ ਪਿੰਡ ਦਾ ਰਹਿਣ ਵਾਲਾ ਸੀ।
ਕੇਹਰ ਸਿੰਘ ਜਿਹੜਾ ਸੀ ਪਤਨੀ ਦੀ ਮੌਤ ਤੋਂ ਬਾਅਦ ਫੌਜ ਦੀ ਨੌਕਰੀ ਛੱਡ ਕੇ ਘਰ ਆ ਗਿਆ। ਕੇਹਰ ਸਿੰਘ ਉਸ ਸ਼ਹੀਦੀ ਜਥੇ ਦਾ ਮੁਖੀ ਸੀ ਉਸ ਪਿੰਡ ਦੇ ਵਿੱਚ। ਉਸ ਕੋਲ ਟੈਲੀਗ੍ਰਾਮ ਪਹੁੰਚ ਗਈ, ਕਹਿੰਦਾ ਕਿ ਕੰਬਲ ਮਿਲ ਗਏ ਨੇ। ਕੇਹਰ ਸਿੰਘ ਨੇ ਗੁਰਦੁਆਰੇ ਦੇ ਵਿੱਚ ਇਕੱਠ ਕੀਤਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਮਾਇਆ ਵਾਸਤੇ ਨਾ ਉੱਠਿਓ। ਉਸ ਨੇ ਗੁਰਦੁਆਰੇ ਦੇ ਵਿੱਚ ਇਕੱਠ ਕੀਤਾ। ਉਸ ਇਕੱਠ ਦੇ ਵਿੱਚ ਉਸਨੇ ਇੱਕ ਤਕਰੀਰ ਕੀਤੀ ਹੈ। ਕਹਿੰਦਾ ਕਿ ਮਹੰਤ ਨਾਰਾਇਣ ਦਾਸ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜਨਮ ਸਥਾਨ ਨੂੰ ਆਪਣੇ ਕਲੰਕਾਂ ਦੇ ਨਾਲ ਕਲੰਕਿਤ ਕਰ ਦਿੱਤਾ। ਖਾਲਸਾ ਜੀ, ਅਸੀਂ ਮਹੰਤ ਨਾਰਾਇਣ ਦਾਸ ਦੇ ਉਹਨਾਂ ਕਲੰਕਾਂ ਨੂੰ ਆਪਣੇ ਖੂਨ ਦੇ ਨਾਲ ਧੋਣਾ ਹੈ, ਤੇ ਜਿਸ ਨੇ ਵੀ ਮੇਰੇ ਨਾਲ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਜਾਣਾ ਆਪਣਾ ਹੱਥ ਖੜਾ ਕਰੇ। ਹੈਰਾਨ ਹੋਵੋਗੇ, ਪਿੰਡ ਦੇ ਵਿੱਚੋਂ ਹਰ ਮਰਦ ਨੇ ਹੱਥ ਖੜਾ ਕੀਤਾ। ਮਰਦਾਂ ਨੇ ਤੇ ਹੱਥ ਖੜਾ ਕਰਨਾ ਸੀ। ਹੱਥ ਖੜਾ ਕਰਨ ਵਾਲਿਆਂ 'ਚ ਉਸਦਾ 7.5 ਪੌਣੇ 8 ਸਾਲ ਦਾ ਬੇਟਾ ਦਰਬਾਰਾ ਸਿੰਘ ਵੀ ਸੀ। ਉਸਨੇ ਵੀ ਹੱਥ ਖੜਾ ਕੀਤਾ। ਜਥਾ ਚੱਲਣ ਲੱਗਾ ਤੇ ਦਾਦੀ ਮਾਂ ਪੁੱਤਰੇ ਨੂੰ ਕਹਿੰਦੀ ਹੈ, ਬੇਟਾ ਤੂੰ ਤੇ ਬਹੁਤ ਛੋਟਾ ਹੈ, ਤੂੰ ਵੀ ਹੱਥ ਖੜਾ ਕਰ ਦਿੱਤਾ। ਕਹਿੰਦਾ ਹਾਂ ਦਾਦੀ ਮਾਂ, ਤੂੰ ਹੀ ਤਾਂ ਕਹਿੰਦੀ ਸੀ ਨਾ ਕਿ ਗੁਰੂ ਕਿਰਪਾ ਕਰੇ, ਤੇਰੀ ਝੋਲੀ 'ਚ ਸ਼ਹਾਦਤ ਦੀ ਦਾਤ ਪਵੇ। ਅੱਜ ਮੈਂ ਵੀ ਦਾਦੀ ਮਾਂ ਆਪਣੇ ਪਿਤਾ ਦੇ ਨਾਲ ਸ਼ਹੀਦ ਹੋਣ ਵਾਸਤੇ ਜਾ ਰਿਹਾ। ਉਸਦੇ ਪਿਤਾ ਨੇ, ਕੁਦਰਤ ਨੂੰ ਪਿਆਰ ਹੁੰਦਾ ਹੈ, ਥੋੜੀ ਰੋਕਣ ਦੀ ਕੋਸ਼ਿਸ਼ ਕੀਤੀ। ਆਪਣੇ ਭਾਵਕ ਸ਼ਬਦਾਂ ਵਿੱਚ ਕਹਿੰਦਾ, ਬੇਟਾ ਤੇਰੀ ਉਮਰ ਬੜੀ ਛੋਟੀ ਹੈ, ਅਸੀਂ 24 ਕੋਹ ਦਾ ਜਿਹੜਾ ਰਸਤਾ ਹੈ ਉਹ ਸਫ਼ਰ ਤੈਅ ਕਰਨਾ ਹੈ, ਰਾਤ ਰਾਤ ਤੁਰ ਕੇ, ਤੇ ਤੇਰੇ ਕੋਲ ਤੁਰਿਆ ਨਹੀਂ ਜਾਣਾ। ਕਹਿੰਦਾ ਬਾਪੂ ਜੀ, ਮੈਨੂੰ ਸ਼ਹਾਦਤ ਦੇਣ ਤੋਂ ਨਾ ਰੋਕੋ, ਮੈਂ ਤੁਹਾਡੇ ਨਾਲ ਪ੍ਰਣ ਕਰਦਾ ਹਾਂ, ਮੈਂ ਸਾਰੀ ਰਾਤ ਤੁਹਾਡੇ ਨਾਲ ਤੁਰ ਕੇ ਜਾਊਂਗਾ। ਮੈਂ ਕਦੀ ਵੀ ਨਹੀਂ ਕਹੂੰਗਾ ਕਿ ਮੈਨੂੰ ਮੋਢੇ ਤੇ ਚੁੱਕ ਲਓ, ਜਾਂ ਮੈਂ ਥੱਕ ਗਿਆ, ਜਾਂ ਮੇਰੀਆਂ ਲੱਤਾਂ ਨੂੰ ਪੀੜ ਹੁੰਦੀ ਹੈ। ਜਿੰਨਾ ਤੁਸੀਂ ਤੁਰੋਗੇ ਮੈਂ ਓਨਾ ਹੀ ਤੁਰੂੰਗਾ, ਪਰ ਮੈਨੂੰ ਸ਼ਹੀਦੀ ਦੇਣ ਤੋਂ ਨਾ ਰੋਕੋ। ਇਹ ਸ਼ਬਦ ਨੇ ਸਿੱਖ ਕੌਮ ਦੇ ਨਨਕਾਣਾ ਸਾਹਿਬ ਦੇ ਸਭ ਤੋਂ ਛੋਟੇ ਸ਼ਹੀਦ 8 ਸਾਲ ਦੇ ਬੇਟੇ ਦਰਬਾਰਾ ਸਿੰਘ ਦੇ। ਮੈਨੂੰ ਸ਼ਹੀਦੀ ਦੇਣ ਤੋਂ ਨਾ ਰੋਕੋ। ਜਥਾ ਚਲਾ ਗਿਆ, ਸਾਰੇ ਪਾਸਿਆਂ ਤੋਂ ਜਥੇ ਆ ਗਏ। ਇੱਧਰ ਮਾਸਟਰ ਤਾਰਾ ਸਿੰਘ ਨੂੰ ਪਤਾ ਲੱਗ ਗਿਆ ਕਿ ਸਰਦਾਰ ਲਛਮਣ ਸਿੰਘ ਧਾਰੋਵਾਲੀ ਤੇ ਕਰਤਾਰ ਸਿੰਘ ਝੱਬਰ ਨੇ ਫੈਸਲਾ ਲੈ ਲਿਆ। ਉਦੋਂ ਲੀਡਰ ਕਿਵੇਂ ਦੇ ਸੀ? ਉਸਨੇ ਸਰਦਾਰ ਟਹਿਲ ਸਿੰਘ ਹੁਣਾਂ ਨੂੰ ਤੇ ਕੁਝ ਹੋਰ ਸਿੱਖਾਂ ਨੂੰ ਭੇਜਿਆ ਕਿ ਕਿਸੇ ਤਰ੍ਹਾਂ ਜਥਿਆਂ ਨੂੰ ਰੋਕੋ, ਕਤਲੇਆਮ ਹੋ ਸਕਦਾ। ਹੁਣ ਖਿਆਲ ਕਰਿਓ, ਮੈਂ ਸੋਚਦਾ ਕਿੰਨੇ ਸਿਆਣੇ ਸੀ ਸਾਡੇ ਲੀਡਰਸ਼ਿਪ, ਕਿੰਨੀ ਸਿਆਣੀ ਲੀਡਰਸ਼ਿਪ। ਉਸ ਵੇਲੇ ਮਾਸਟਰ ਤਾਰਾ ਸਿੰਘ ਦਾ ਸੁਨੇਹਾ ਕਰਤਾਰ ਸਿੰਘ ਝੱਬਰ ਨੂੰ ਮਿਲਦਾ ਹੈ ਕਿ ਸਵਰਾਜ ਹੋ ਜਾਣਾ, ਹੁਣ ਦੇਸ਼ ਆਜ਼ਾਦ ਹੋ ਜਾਣਾ ਹੈ। ਜਦੋਂ ਦੇਸ਼ ਆਜ਼ਾਦ ਹੋ ਜਾਵੇਗਾ ਨਾ, ਅਸੀਂ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਆਪੇ ਲੈ ਲਵਾਂਗੇ। ਇਸ ਕਰਕੇ ਤੁਸੀਂ ਹੁਣ ਆਪਣੀਆਂ ਜਾਨਾਂ ਨਾ ਗਵਾਓ, ਸ਼ਹੀਦੀ ਜਥੇ ਨਾ ਤੋਰੋ, ਤੁਸੀਂ ਇਸ ਜਥੇ ਨੂੰ ਰੋਕ ਲਓ। ਕਰਤਾਰ ਸਿੰਘ ਝੱਬਰ ਦਾ ਜਵਾਬ ਸੀ, ਕਹਿੰਦਾ ਸੀ ਤੁਹਾਨੂੰ ਭੁਲੇਖਾ ਹੈ। ਕਹਿੰਦਾ ਅੰਗਰੇਜ਼ਾਂ ਦੀ ਸਾਡੇ ਨਾਲ ਮਜ਼ਹਬੀ ਮੁਖਾਲਫਤ ਨਹੀਂ ਹੈ, ਇਹਨਾਂ ਦੇ ਸਮੇਂ ਤੇ ਸਾਨੂੰ ਗੁਰਦੁਆਰਿਆਂ ਦੇ ਕਬਜ਼ੇ ਲੈਣੇ ਔਖੇ ਨੇ। ਜਿਸ ਦਿਨ ਤੁਸੀਂ ਗਾਂਧੀ ਨੂੰ ਇਸ ਦੇਸ਼ ਤੇ ਕਾਬਜ਼ ਵੇਖੋਗੇ, ਗੁਰਦੁਆਰਿਆਂ ਦੇ ਕਬਜ਼ੇ ਲੈਣੇ ਔਖੇ ਹੋ ਜਾਣਗੇ। ਇਹ ਸਾਡੀ ਲੀਡਰਸ਼ਿਪ ਸੀ ਇੰਨੀ ਸਿਆਣੀ। ਔਰ ਅੱਜ ਸੱਚਮੁੱਚ ਕੀ ਹੋ ਰਿਹਾ? RSS ਵਰਗੀਆਂ ਸੰਸਥਾਵਾਂ ਜਦੋਂ ਸਾਡੇ ਧਰਮ 'ਚ ਦਖਲਅੰਦਾਜ਼ੀ ਕਰਦੀਆਂ ਨੇ ਤੇ ਕੀ ਹੋ ਰਿਹਾ? ਇਹੀ ਕੁਝ ਹੋ ਰਿਹਾ। ਸਾਡੇ ਧਾਰਮਿਕ ਵਿਚਾਰਧਾਰਾ ਨੂੰ, ਪਰੰਪਰਾਵਾਂ ਨੂੰ, ਸਿਧਾਂਤਾਂ ਨੂੰ ਖਤਮ ਕਰਕੇ ਰੱਖ ਦਿੱਤਾ। ਅੱਜ ਬੇਸ਼ੱਕ ਅਸੀਂ ਕਹਿੰਦੇ ਕਿ ਗੁਰਦੁਆਰੇ ਸਾਡੇ ਪ੍ਰਬੰਧ ਦੇ ਵਿੱਚ ਨੇ, ਪਰ ਵਿਚਾਰਧਾਰਾ, ਸ਼ਬਦ ਤੇ ਹਲੇਮੀ ਰਾਜ ਦਾ ਸੰਕਲਪ ਜਿਹੜਾ ਕੌਮ ਦੀ ਮਾਨਸਿਕਤਾ 'ਚੋਂ ਮਨਫੀ ਕੀਤਾ ਜਾ ਰਿਹਾ। ਉਸ ਵੇਲੇ ਸਰਦਾਰ ਕਰਤਾਰ ਸਿੰਘ ਝੱਬਰ ਕਹਿੰਦੇ ਨੇ, ਠੀਕ ਹੈ ਮੈਂ ਤੁਹਾਡੇ ਕਹਿਣ ਤੇ ਰੁਕ ਜਾਣਾ, ਪਰ ਲਛਮਣ ਸਿੰਘ ਨੂੰ ਨਹੀਂ ਰੋਕਿਆ ਜਾ ਸਕਦਾ। ਕਿਉਂ? ਕਿਉਂਕਿ ਜਦੋਂ ਉਹ ਤੁਰਿਆ ਸੀ ਤੇ ਹੁਕਮਨਾਮਾ ਲਿਆ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਚਲਾਈ। ਉਹ ਪ੍ਰਣ ਕਰ ਚੁੱਕਾ ਹੈ ਔਰ ਉਹ ਨੇੜੇ ਪਹੁੰਚ ਚੁੱਕਾ ਹੋਵੇਗਾ। ਉਸ ਨੂੰ ਰੋਕਣ ਦੇ ਵਾਸਤੇ ਸਿੱਖ ਘੋੜੇ ਤੇ ਸਵਾਰ ਹੋ ਕੇ ਗਏ, ਪਰ ਸਰਦਾਰ ਲਛਮਣ ਸਿੰਘ ਉਦੋਂ ਪੰਚਕੂਲੇ ਤੇ ਪਹੁੰਚ ਚੁੱਕੇ ਸੀ। ਅਰਦਾਸਾ ਸੋਧਿਆ ਜਾ ਚੁੱਕਾ ਸੀ। ਰਾਤ ਲੰਘੀ, ਸਵੇਰੇ ਅੰਮ੍ਰਿਤ ਵੇਲੇ ਦਾ ਸਮਾਂ ਜਾਣ ਦੇ ਵਾਸਤੇ ਅਰਦਾਸ ਕੀਤੀ ਗਈ। ਬੀਬੀ ਇੰਦਰ ਕੌਰ ਤੇ ਚੰਨਣ ਕੌਰ, 2 ਬੀਬੀਆਂ ਸੀ ਉਸ ਜਥੇ ਦੇ ਵਿੱਚ। ਉਹਨਾਂ ਬੀਬੀਆਂ ਨੂੰ ਵਾਪਸ ਭੇਜਿਆ ਜਾਣ ਲੱਗਾ, ਤੁਸੀਂ ਸ਼ਹਾਦਤਾਂ ਨਾ ਦੇਵੋ। ਤੇ ਸ਼ਹਾਦਤ ਦੇ ਵਾਸਤੇ ਸਿੱਖ ਦਾ ਜਿਹੜਾ ਸੰਕਲਪ ਹੈ ਉਹ ਕਿੰਨਾ ਦ੍ਰਿੜ ਹੈ। ਉਸ ਵੇਲੇ ਜਿੰਨੇ ਕੁ ਸਿੱਖ ਜਾਣ ਦੇ ਵਾਸਤੇ ਤਿਆਰ ਨੇ, ਉਹਨਾਂ ਬੀਬੀਆਂ ਨੂੰ ਕੋਈ ਆਪਣੀ ਨਿਸ਼ਾਨੀ ਦੇ ਰਿਹਾ, ਮਾਲਾ, ਕੋਈ ਗੜਵਾ, ਕੋਈ ਆਪਣੀ ਜੇਬ ਚੋਂ ਪੈਸੇ ਦੇ ਰਿਹਾ ਕਿ ਸਾਡੀ ਸ਼ਹਾਦਤ ਤੋਂ ਬਾਅਦ ਸਾਡੀ ਨਿਸ਼ਾਨੀ ਘਰ ਦੇ ਦਿਓ। ਪਤਾ ਸੀ ਸਿੱਖਾਂ ਨੂੰ ਸ਼ਹਾਦਤਾਂ ਹੋਣਗੀਆਂ, ਸਾਡੀ ਸ਼ਹਾਦਤ ਤੋਂ ਬਾਅਦ ਸਾਡੀ ਨਿਸ਼ਾਨੀ ਘਰ ਦੇ ਦਿਓ। ਇੱਥੋਂ ਤੱਕ ਕਿ ਇੱਕ ਨਿਹੰਗ ਸਿੰਘ ਨੇ ਆਪਣੀ ਜੇਬ ਚੋਂ 4 ਰੁਪਏ ਕੱਢ ਕੇ ਬੀਬੀ ਇੰਦਰ ਕੌਰ ਨੂੰ ਦਿੱਤੇ ਕਿ ਮੇਰਾ ਬਾਲ ਬੱਚਾ, ਘਰ ਪਰਿਵਾਰ ਕੋਈ ਨਹੀਂ ਹੈਗਾ, ਮੇਰੀ ਮੌਤ ਤੋਂ ਬਾਅਦ ਇਹਨਾਂ ਪੈਸਿਆਂ ਦੇ ਨਾਲ ਮੇਰੀ ਅੰਤਮ ਅਰਦਾਸ ਕਰਵਾ ਦਿਓ। ਇੰਨੇ ਦ੍ਰਿੜ ਸੰਕਲਪ ਸੀ ਸਿੱਖ ਸ਼ਹਾਦਤ ਦੇ ਬਾਰੇ। ਸਵੇਰੇ ਦਿਨ ਚੜ੍ਹਿਆ, ਮਹੰਤ ਨਾਰਾਇਣ ਦਾਸ ਨੇ ਸਨਾਤਨ ਸਿੱਖ ਕਾਨਫਰੰਸ ਦੇ ਵਾਸਤੇ ਜਾਣਾ ਸੀ। ਲਾਹੌਰ ਗੱਡੀ ਚੜ੍ਹਨ ਲੱਗਾ ਤੇ ਉਸੇ ਵੇਲੇ ਇੱਕ ਸੁਨਿਆਰੀ ਨੇ ਉਸ ਨੂੰ ਜਾ ਕੇ ਦੱਸਿਆ, ਕਹਿੰਦੀ ਕਿ ਮਹੰਤ ਤੂੰ ਤਾਂ ਸਨਾਤਨ ਧਰਮ ਕਾਨਫਰੰਸ ਦੇ ਵਾਸਤੇ ਜਾ ਰਿਹਾ ਹੈ, ਉਧਰ ਸਿੱਖਾਂ ਦਾ ਜਥਾ ਜਿਹੜਾ ਬਾਹਰ ਪਹੁੰਚ ਗਿਆ। ਮਹੰਤ ਰਾਤ ਆਇਆ,
ਇਸ ਨੇ ਉਹੀ ਜਿਹੜੇ ਬਦਮਾਸ਼ ਸੀ ਰਾਂਝਾ, ਰਿਹਾਣਾ, ਅਸਲਮ, ਹਰੀਆ ਤੇ ਬਾਕੀ ਆਪਣੇ ਬੰਦਿਆਂ ਨੂੰ ਸੱਦਿਆ। ਉਸੇ ਰਾਤ ਇੱਕ ਲਾਹੌਰ ਦੇ ਰਹਿਣ ਵਾਲੇ ਤਰਖਾਣ ਆਤਮਾ ਸਿੰਘ ਨੂੰ ਬੁਲਾ ਕੇ ਜਿਹੜਾ ਗੁਰਦੁਆਰੇ ਦਾ ਮੁੱਖ ਜਿਹੜਾ ਕਮਰਾ ਸੀ ਉਹਦੇ ਦਰਵਾਜ਼ਿਆਂ ਦੇ ਵਿੱਚੋਂ ਛੇਕ ਕਢਾਏ ਗਏ ਕਿ ਬੰਦੂਕ ਦੀਆਂ ਜਿਹੜੀਆਂ ਨਾਲੀਆਂ ਅੰਦਰ ਜਾ ਸਕਣ। ਹਥਿਆਰ ਇਕੱਠੇ ਕੀਤੇ ਗਏ, ਤੇਲ ਇਕੱਠਾ ਕੀਤਾ ਗਿਆ ਔਰ ਉੱਧਰੋਂ ਸਿੱਖਾਂ ਦਾ ਜਥਾ ਅਰਦਾਸ ਕਰਕੇ ਤੁਰ ਪਿਆ ਹੈ। ਇੱਧਰੋਂ ਮਹੰਤ ਨਰੈਣ ਦਾਸ ਤੇ ਜਿਹੜੇ ਗੁੰਡੇ ਨੇ ਉਹ ਹਥਿਆਰ ਲੈ ਕੇ ਬਰਸ਼ੀਆਂ, ਕਟਾਰਾਂ, ਸ਼ਮਸ਼ੀਰਾਂ, ਤੇਗੇ, ਕੁਹਾੜੀਆਂ, ਬੰਦੂਕਾਂ, ਪਿਸਤੌਲ, ਰੈਕਲੇ ਇਹ ਸਭ ਕੁਝ ਲੈ ਕੇ ਬੈਠੇ ਨੇ। ਜਥਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਜਦੋਂ ਤੁਰਨ ਲੱਗਾ, ਇੱਕ ਸਿੱਖ ਨੇ ਕਿਹਾ, ਸਰਦਾਰ ਦੇਵਾ ਸਿੰਘ ਨੇ, ਕਹਿੰਦਾ ਬਾਕੀ ਤਾਂ ਸਭ ਠੀਕ ਹੈ ਪਰ ਇਸ ਬੱਚੇ ਨੂੰ ਨਾ ਲੈ ਕੇ ਜਾਓ, ਇਸ ਦੀ ਉਮਰ ਬੜੀ ਛੋਟੀ ਹੈ। ਜਦੋਂ ਬੱਚੇ ਦੀ ਬਾਹ ਫੜੀ ਤੇ ਬੱਚਾ ਜਿਹੜਾ ਸੀ ਆਪਣੇ ਪਿਤਾ ਕੇਹਰ ਸਿੰਘ ਦੀਆਂ ਲੱਤਾਂ ਨੂੰ ਚੰਬੜ ਗਿਆ। ਕਹਿੰਦਾ ਬਾਪੂ ਤੂੰ ਕਹਿੰਦਾ ਸੀ ਨਾ ਸ਼ਹੀਦੀ ਬੜਾ ਉੱਚਮ ਦਰਜਾ, ਤੇ ਹੁਣ ਜੇ ਮੈਂ ਸ਼ਹੀਦ ਹੋਣ ਵਾਸਤੇ ਤਿਆਰ ਆ ਤੇ ਮੈਨੂੰ ਰੋਕਿਆ ਕਿਉਂ ਜਾ ਰਿਹਾ? ਸਰਦਾਰ ਲਛਮਣ ਸਿੰਘ ਕੋਲ ਖੜੇ ਸੀ, ਬੜੇ ਪਿਆਰ ਦੇ ਨਾਲ ਕਹਿੰਦੇ, ਕੇਹਰ ਸਿੰਘ ਜੇ ਬੱਚਾ ਜਿੱਦ ਕਰਦਾ ਹੈ ਤੇ ਲੈ ਜਾਈਏ, ਹੋ ਸਕਦਾ ਸ਼ਹਾਦਤਾਂ ਨਾ ਹੋਣ, ਅਸੀਂ ਗੁਰਦੁਆਰੇ ਦਾ ਪ੍ਰਬੰਧ ਲੈ ਲਈਏ, ਜ਼ਰੂਰੀ ਤੇ ਨਹੀਂ ਹੈ ਸਾਡੇ ਨਾਲ ਇਹ ਹਾਲਾਤ ਵਾਪਰਨਗੇ, ਬੱਚਾ ਜਿੱਦ ਕਰਦਾ ਅਸੀਂ ਲੈ ਜਾਂਦੇ ਹਾਂ। ਬੱਚਾ ਵੀ ਨਾਲ ਚਲਾ ਗਿਆ। ਵਾਹਿਗੁਰੂ ਦਾ ਜਾਪ ਕਰਦਾ ਜਦੋਂ ਇਹ ਜਥਾ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਇੱਕ ਉਦਾਸੀ ਬੈਠਾ ਹੋਇਆ ਸੀ। ਜਥਾ ਅੰਦਰ ਗਿਆ, ਅੰਦਰ ਬਹਿ ਕੇ ਸਰਦਾਰ ਲਛਮਣ ਸਿੰਘ ਜਿਹੜੇ ਸੀ ਉਹਨਾਂ ਨੇ ਉਸ ਉਦਾਸੀ ਸਾਧ ਨੂੰ ਉਠਾਇਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਦੇ ਵਿੱਚ ਆਪ ਬੈਠ ਗਏ। ਜਥੇ ਨੇ ਉੱਥੇ ਬਹਿ ਕੇ ਉਹਨਾਂ ਨੇ ਗੁਰੂ ਪਾਤਸ਼ਾਹ ਦਾ ਹੁਕਮਨਾਮਾ ਲਿਆ, ਨਿਤਨੇਮ ਸ਼ੁਰੂ ਕਰ ਦਿੱਤਾ। ਇੱਧਰ ਨਿਤਨੇਮ ਸ਼ੁਰੂ ਕੀਤਾ, ਉੱਧਰੋਂ ਮਹੰਤ ਦੇ ਗੁੰਡਿਆਂ ਨੇ ਦਰਵਾਜ਼ੇ ਬੰਦ ਕਰਕੇ ਚਾਰੇ ਪਾਸੇ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜੀ ਬਾਹਰ ਚਖੰਡੀ ਤੇ ਸੰਗਤ ਬੈਠੀ ਸੀ ਉਹਦੇ ਉੱਪਰ ਵੀ ਗੋਲੀਆਂ ਦਾ ਮੀਂਹ ਵਰਾਉਣਾ ਸ਼ੁਰੂ ਕਰ ਦਿੱਤਾ। ਉੱਪਰੋਂ ਇੱਟਾਂ, ਪੱਥਰ, ਰੋੜੇ, ਗੰਡਾਸੀਆਂ, ਬਰਸ਼ੀਆਂ ਦੇ ਨਾਲ ਸਿੱਖਾਂ ਦਾ ਕਤਲੇਆਮ ਹੋਣਾ ਸ਼ੁਰੂ ਹੋ ਗਿਆ। ਅੰਦਰ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਸਰਦਾਰ ਲਛਮਣ ਸਿੰਘ ਦੇ ਗੋਲੀ ਵੱਜੀ, ਜ਼ਖਮੀ ਹੋ ਗਏ। ਜਿਹੜੇ ਸਰੂਪ ਦੇ ਉੱਪਰ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਪਿਆ, ਉਹਨਾਂ ਦੇ ਖੂਨ ਵਾਲਾ ਹੱਥ ਜਿਹੜਾ ਸੀ ਜਿਸ ਤਰ੍ਹਾਂ ਉਹ ਡਿੱਗੇ ਉਸੇ ਤਰ੍ਹਾਂ ਹੀ ਉਸ ਸਰੂਪ ਦੇ ਉੱਪਰ ਲੱਗਾ ਹੋਇਆ ਸੀ। ਹੁਣ ਸ਼ਾਇਦ ਵਿਦੇਸ਼ੀ ਤਕਨੀਕ ਦੇ ਸਦਕਾ ਉਸ ਦੀ ਮੁਰੰਮਤ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਖੈਰ ਸਰਦਾਰ ਲਛਮਣ ਸਿੰਘ ਜ਼ਖਮੀ ਹੋਏ ਤੇ ਜਦੋਂ ਮਹੰਤ ਦੇ ਗੁੰਡਿਆਂ ਨੇ ਇਹ ਵੇਖ ਲਿਆ ਕਿ ਕਮਰੇ ਦੇ ਵਿੱਚ ਜਿੰਨੇ ਵੀ ਸਿੱਖ ਨੇ ਤਕਰੀਬਨ ਸਾਰੇ ਜ਼ਖਮੀ ਹੋ ਗਏ ਨੇ ਤੇ ਦਰਵਾਜ਼ਾ ਖੋਲ੍ਹਿਆ ਗਿਆ। ਦਰਵਾਜ਼ਾ ਖੋਲ੍ਹ ਕੇ ਹੁਣ ਸਿੱਖਾਂ ਨੂੰ ਟੁੱਕਣਾ ਸ਼ੁਰੂ ਕਰ ਦਿੱਤਾ। ਸਿੱਖਾਂ ਨੂੰ ਟੁੱਕਿਆ ਜਾ ਰਿਹਾ, ਗੰਡਾਸਿਆਂ ਦੇ ਨਾਲ, ਸ਼ਮੀਆਂ ਦੇ ਨਾਲ, ਕੁਹਾੜੀਆਂ ਦੇ ਨਾਲ ਸਿੱਖਾਂ ਦੇ ਟੁਕੜੇ ਟੁਕੜੇ ਕੀਤੇ ਜਾ ਰਹੇ ਨੇ। ਸਰਦਾਰ ਕੇਹਰ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਬੈਠਾ ਸੀ, ਗੋਲੀ ਛਾਤੀ 'ਚ ਵੱਜੀ ਸੀ, ਜ਼ਖਮੀ ਪਏ ਨੂੰ ਟੁੱਕਣਾ ਸ਼ੁਰੂ ਕਰ ਦਿੱਤਾ। ਉਸ ਨੂੰ ਵੀ ਟੁੱਕਿਆ, ਜਿਹੜੇ ਬਾਕੀ ਸਿੱਖ ਸੀ ਉਹਨਾਂ ਨੂੰ ਵੀ ਟੁੱਕਿਆ। ਸਰਦਾਰ ਲਛਮਣ ਸਿੰਘ ਹੁਣਾਂ ਨੂੰ, ਇਹਨਾਂ ਨੂੰ ਵੀ ਟੁੱਕ ਕੇ ਇਹਨਾਂ ਦੀ ਲਾਸ਼ ਨੂੰ ਬਾਹਰ ਲਿਆਂਦਾ ਗਿਆ। ਪਰ ਉਸ ਵੇਲੇ ਮਹੰਤ ਦੇ ਗੁੰਡੇ ਇੱਕ ਗੱਲ ਵੇਖਦੇ ਨੇ ਕਿ ਜਿਹੜਾ ਵੀ ਸਿੱਖ ਟੁੱਕਿਆ ਜਾ ਰਿਹਾ ਉਹਦੀ ਕੋਸ਼ਿਸ਼ ਹੈ ਕਿ ਮੈਂ ਇੱਕ ਚਖਿੰਡੀ ਦੀ ਜਿਹੜੀ ਬਾਰੀ ਸੀ ਉਸ ਦੇ ਅੱਗੇ ਖੜਾ ਹੋ ਜਾਵਾਂ। ਅੱਜ ਤੇ ਹੁਣ ਸਾਡੇ ਸੁੱਖ ਆਸਣ ਵਾਸਤੇ ਗੁਰਦੁਆਰੇ 'ਚ ਬਹੁਤ ਵੱਡੇ ਕਮਰੇ ਨੇ, ਉਹਨਾਂ ਸਮਿਆਂ 'ਚ ਅਲਮਾਰੀਆਂ ਹੁੰਦੀਆਂ ਸੀ। ਅਲਮਾਰੀ ਬੜੀ ਵੱਡੀ ਸੀ। ਦਰਅਸਲ ਗੱਲ ਇਹ ਸੀ ਕਿ ਜਿਸ ਵੇਲੇ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ, ਸਰਦਾਰ ਲਛਮਣ ਸਿੰਘ ਦੇ ਇਸ਼ਾਰੇ ਦੇ ਉੱਪਰ ਸਰਦਾਰ ਦੇਵਾ ਸਿੰਘ ਨੇ ਉਸ 8 ਸਾਲ ਦੇ ਬੱਚੇ ਦਰਬਾਰਾ ਸਿੰਘ ਨੂੰ ਬਾਰੀ ਦੇ ਅੰਦਰ ਬੰਦ ਕਰ ਦਿੱਤਾ ਕਿ ਕਮ ਸੇ ਕਮ ਇਹ ਤੇ ਬਚ ਜਾਵੇ। ਜਿਹੜੇ ਵੀ ਸਿੱਖ ਉਸ ਵੇਲੇ ਕੱਟੀ ਵੱਡੀ ਜਾ ਰਹੇ ਸੀ ਕਿ ਜਿਹੜੇ ਜ਼ਖਮੀ ਸੀ ਉਹਨਾਂ ਦੀ ਕੋਸ਼ਿਸ਼ ਸੀ ਕਿ ਅਸੀਂ ਬਾਰੀ ਦੇ ਅੱਗੇ ਖੜੇ ਹੋ ਜਾਈਏ, ਅਸੀਂ ਮਰ ਜਾਈਏ, ਪਰ ਸਾਡੇ ਜਿਉਂਦੇ ਜੀ ਇਹ ਛੋਟਾ ਬੱਚਾ ਸ਼ਹੀਦ ਨਾ ਹੋਵੇ। ਬੜੇ ਹੈਰਾਨ ਨੇ ਮਹੰਤ ਦੇ ਗੁੰਡੇ, ਕਿਵੇਂ ਦੀ ਘਟਨਾ ਵਾਪਰ ਰਹੀ ਹੈ। ਅਸੀਂ ਸਿੱਖਾਂ ਨੂੰ ਕੱਟ ਰਹੇ ਹਾਂ, ਵੱਢ ਰਹੇ ਹਾਂ, ਤੇ ਹਰ ਸਿੱਖ ਜਿਹੜਾ ਉਹ ਖਿੜਕੀ ਦੇ ਅੱਗੇ ਜਾ ਕੇ ਖੜਾ ਹੋ ਜਾਂਦਾ। ਜਦੋਂ ਖਿੜਕੀ ਦੇ ਲਾਗੇ ਮਹੰਤ ਦੇ ਗੁੰਡੇ ਗਏ, ਇੱਕ ਆਵਾਜ਼ ਆ ਰਹੀ ਸੀ, ਬੱਚਾ ਰੋ ਰੋ ਕੇ ਕਹਿ ਰਿਹਾ ਸੀ, ਬਾਪੂ ਮੈਂ ਵੀ ਸ਼ਹੀਦ ਹੋਣਾ, ਬਾਪੂ ਮੇਰੀਆਂ ਅੱਖਾਂ ਦੇ ਸਾਹਮਣੇ ਤੈਨੂੰ ਵੱਢ ਦਿੱਤਾ, ਮੈਂ ਵੀ ਸ਼ਹੀਦ ਹੋਣਾ, ਬਾਪੂ ਤੂੰ ਮੈਨੂੰ ਕਹਿ ਕੇ ਤੁਰਿਆ ਸੀ ਕਿ ਮੈਂ ਤੇਰੇ ਨਾਲ ਮਰਨਾ ਹੈ, ਬਾਪੂ ਤੈਨੂੰ ਟੁੱਕ ਦਿੱਤਾ ਗਿਆ, ਬਾਪੂ ਮੈਨੂੰ ਸ਼ਹੀਦ ਕਿਉਂ ਨਹੀਂ ਕਰ ਰਹੇ। ਉਸ ਦਰਵਾਜ਼ੇ ਦੀ ਖਿੜਕੀ ਨੂੰ ਤੋੜਿਆ ਗਿਆ, ਉਸ ਬੱਚੇ 8 ਸਾਲ ਦੇ ਨੂੰ ਕੱਢਿਆ ਗਿਆ, ਉਹਦੇ ਪਿਤਾ ਦੇ ਉੱਪਰ ਲਟਾ ਕੇ ਮਹੰਤ ਦੇ ਗੁੰਡਿਆਂ ਦੇ ਗੰਡਾਸੀਆਂ ਦੇ ਨਾਲ ਬੱਚੇ ਦੇ ਟੁਕੜੇ ਟੁਕੜੇ ਕਰ ਦਿੱਤੇ। ਇਹ ਸਾਕੇ ਦਾ ਸਭ ਤੋਂ ਛੋਟਾ ਸ਼ਹੀਦ ਸੀ ਸਰਦਾਰ ਦਰਬਾਰਾ ਸਿੰਘ। ਉਸ ਤੋਂ ਬਾਅਦ ਇਹਨਾਂ ਸਬੂਤਾਂ ਨੂੰ ਖਤਮ ਕਰਨ ਦੇ ਵਾਸਤੇ ਜਿੰਨੀਆਂ ਵੀ ਲਾਸ਼ਾਂ ਸੀ ਉਹਨਾਂ ਨੂੰ ਇੱਕੋ ਜਗ੍ਹਾ ਤੇ ਇਕੱਠੇ ਕਰਕੇ, ਮਾਫ ਕਰਨਾ, ਉਹਨਾਂ ਦੇ ਵਿੱਚੋਂ 30-35% ਉਹ ਸੀ ਜਿਹੜੇ ਅਜੇ ਤੜਫ ਰਹੇ ਸੀ, ਸਹਿਕ ਰਹੇ ਸੀ। ਮਹੰਤ ਦਾ ਜਿਹੜਾ ਆਪ ਸੀਗਾ ਉਹ ਹੱਥ ਦੇ ਵਿੱਚ ਪਿਸਤੌਲ ਫੜ ਕੇ ਸਿੱਖਾਂ ਦਾ ਸ਼ਿਕਾਰ ਕਰ ਰਿਹਾ ਸੀ, ਮਹੰਤ ਨਰੈਣ ਦਾਸ। ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਸਰਦਾਰ ਉੱਤਮ ਸਿੰਘ ਦੇ ਕਾਰਖਾਨੇ 'ਚ ਪਹੁੰਚੀ ਤੇ ਸਰਦਾਰ ਟਹਿਲ ਸਿੰਘ ਤੇ
ਉਹਨਾਂ ਤੋਂ ਇਲਾਵਾ ਇੱਕ ਹੋਰ ਸਿੱਖ ਉਹਨਾਂ ਦੇ ਨਾਲ ਸੀ, ਚੰਦਾ ਸਿੰਘ। ਉਹ ਕਹਿੰਦੇ ਨੇ ਕਿ ਅਸੀਂ ਵੀ ਸ਼ਹੀਦੀ ਦੇਣ ਵਾਸਤੇ ਜਾ ਰਹੇ ਹਾਂ। ਉੱਤਮ ਸਿੰਘ ਕਹਿੰਦਾ ਗੋਲੀਆਂ ਚੱਲ ਰਹੀਆਂ ਨੇ, ਸਿੱਖਾਂ ਦਾ ਕਤਲੇਆਮ ਹੋ ਰਿਹਾ, ਤੁਸੀਂ ਕਿਉਂ ਚੱਲੇ ਹੋ? ਕਹਿੰਦੇ ਕੱਲ੍ਹ ਨੂੰ ਕਲੰਕ ਲੱਗੇਗਾ ਸਾਡੇ ਮੱਥੇ ਦੇ ਉੱਪਰ। ਗੋਲੀਆਂ ਦੀ ਆਵਾਜ਼ ਸੁਣੀ ਸੀ, ਸਿੱਖ ਮਰ ਰਹੇ ਸੀ, ਅਸੀਂ ਕਿਉਂ ਨਾ ਗਏ? ਸਾਨੂੰ ਮਰਨਾ ਮਨਜ਼ੂਰ ਹੈ, ਪਰ ਅਸੀਂ ਆਪਣੇ ਮੱਥੇ ਦੇ ਉੱਪਰ ਇਹ ਕਲੰਕ ਨਹੀਂ ਲਗਾਵਾਂਗੇ। ਕਿਤੇ 1762 ਦੀ ਫਰਵਰੀ 'ਚ ਇਸ ਘਟਨਾ ਨੂੰ ਲੈ ਕੇ ਜਾਓ, ਫਰਵਰੀ ਦਾ ਮਹੀਨਾ ਹੈ। 1762 ਦੇ ਵੱਡੇ ਘੱਲੂਘਾਰੇ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਘਿਰ ਗਿਆ ਦੁਸ਼ਮਣ ਦੇ ਘੇਰੇ ਦੇ ਵਿੱਚ, ਤੇ ਉਸ ਦੇ ਅੰਗਪਾਲ ਬਾਡੀਗਾਰਡ ਸਰਦਾਰ ਗੁਰਮੁਖ ਸਿੰਘ ਨੇ ਵੇਖਿਆ ਕਿ ਜੇ ਕਿਤੇ ਜੱਸਾ ਸਿੰਘ ਆਹਲੂਵਾਲੀਆ ਸੁਲਤਾਨ ਉਲ ਕੌਮ ਹੈ, ਜੇ ਕਿਤੇ ਇਹ ਮਾਰਿਆ ਗਿਆ ਕੌਮ ਦੇ ਪੈਰ ਹਿਲ ਜਾਣਗੇ, ਕਿਉਂਕਿ 50,000 ਕੌਮ ਦੀ ਲਾਸ਼ ਤਾਂ ਅੱਗੇ ਪਈ ਸੀ। ਜੇ ਕਿਤੇ ਤੁਸੀਂ ਪੰਥ ਪ੍ਰਕਾਸ਼ ਨੂੰ ਪੜ੍ਹੋ, ਰਤਨ ਸਿੰਘ ਭੰਗੂ ਲਿਖਦੇ ਨੇ, ਲੋਕ ਕਹੇ ਸਿੰਘ ਸਭ ਗਿਆ ਮਾਰਾ, ਬੱਚਿਓ 50 ਔਰ ਖੱਪ ਗਿਓ ਸਾਰਾ। ਸਾਰੀ ਕੌਮ ਦੇ ਬੱਚੇ ਬੁੱਢੇ ਔਰਤਾਂ ਸ਼ਹੀਦ ਹੋਏ ਪਏ ਨੇ। ਗੁਰਮੁਖ ਸਿੰਘ ਨੇ ਸੋਚਿਆ ਜੇ ਕਿਤੇ ਅੱਜ ਸੁਲਤਾਨੁਲ ਕੌਮ ਜੱਸਾ ਸਿੰਘ ਆਹਲੂਵਾਲੀਆ ਵੀ ਇਸ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋ ਗਿਆ, ਕੌਮ ਦੇ ਪੈਰ ਹਿਲ ਜਾਣਗੇ, ਕਿਉਂਕਿ ਮੁਕਾਬਲਾ ਭੀਖਣ ਖਾਨ, ਜੈਨ ਖਾਨ ਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦੇ ਨਾਲ ਹੈ, ਤਿੰਨਾਂ ਪਾਸਿਆਂ ਤੋਂ ਘਿਰੇ ਹੋਏ ਹਨ। ਉਸ ਨੇ ਕੋਸ਼ਿਸ਼ ਕੀਤੀ ਕਿ ਉਸ ਦਾ ਜਿਹੜਾ ਘੋੜਾ ਹੈ ਉਹ ਘੇਰੇ ਚੋਂ ਕੱਢਿਆ ਜਾਵੇ। ਜਦੋਂ ਉਹ ਘੋੜੇ ਨੂੰ ਛੇੜਨ ਲੱਗਾ ਤੇ ਸਰਦਾਰ ਜੱਸਾ ਸਿੰਘ ਨੇ ਹੱਥ ਫੜ ਲਿਆ। ਪੰਥ ਪ੍ਰਕਾਸ਼ ਦੇ ਸ਼ਬਦ ਨੇ, ਕਹਿੰਦਾ ਸਿੰਘ ਸੁਨੇ ਹਮਕੋ ਕਰੇ ਠੱਠਾ, ਘੋੜਾ ਕੁਦਾਏ ਜੱਸਾ ਸਿੰਘ ਨੱਠਾ, ਕਿਆ ਮੁਖ ਲਾਏ ਬੈਠੇ ਦੀਵਾਨ, ਕਰੇ ਸਿੱਖ ਮਸਕਰੀ ਆਨ, ਪੰਥ ਹਮਕੋ ਪਾਤਸ਼ਾਹ ਬਣਾਇਓ, ਤੁਮ ਚਾਹਤ ਗੀਦੀਏ ਖਵਾਇਓ। ਗੁਰਮੁਖ ਸਿਆ ਵੇਖੀ, ਮੇਰੇ ਘੋੜੇ ਨੂੰ ਘੇਰੇ ਚੋਂ ਬਾਹਰ ਨਾ ਕੱਢੀ, ਜੇ ਮੇਰੇ ਘੋੜੇ ਨੂੰ ਇਸ ਘੇਰੇ ਚੋਂ ਬਾਹਰ ਨਾ ਕੱਢੀ, ਜੇ ਕਿਤੇ ਮੈਂ ਅੱਜ ਮੌਤ ਤੋਂ ਡਰਦਾ ਇਸ ਘੇਰੇ ਚੋਂ ਬਾਹਰ ਨਿਕਲ ਗਿਆ ਤੇ ਮੇਰੀ ਆਉਣ ਵਾਲੀ ਕੌਮ ਕਹੇਗੀ ਕਿ ਜਿਸ ਨੂੰ ਅਸੀਂ ਸੁਲਤਾਨੁਲ ਕੌਮ ਬਣਾਇਆ ਸੀ, ਕੌਮ ਦੀਆਂ ਲਾਸ਼ਾਂ ਵਿਛੀਆਂ ਪਈਆਂ ਸੀ, ਉਹ ਜਾਨ ਬਚਾਉਣ ਦੇ ਵਾਸਤੇ ਘੇਰੇ ਚੋਂ ਭੱਜ ਗਿਆ। ਕਿਆ ਮੁਖ ਲਾਏ ਬੈਸੇ ਦੀਵਾਨ, ਕਰੇ ਸਿੱਖ ਮਸ਼ਕਰੀ ਆਨ, ਮੈਂ ਆਪਣੀ ਕੌਮ ਦੀਆਂ ਅੱਖਾਂ ਦਾ ਸਾਹਮਣਾ ਕਿਵੇਂ ਕਰੂੰਗਾ ਕਿ ਇਹਨਾਂ ਨੇ ਮੇਰੇ ਵਾਸਤੇ ਇੰਨਾ ਕੁਝ ਕੀਤਾ ਔਰ ਮੈਂ ਮੌਕੇ ਤੇ ਧੋਖਾ ਦੇ ਕੇ ਭੱਜ ਗਿਆ। ਉਹ ਸਾਡੇ ਲੀਡਰਸ਼ਿਪ ਸੀ। ਅੱਜ ਵਰਗੀ ਲੀਡਰਸ਼ਿਪ ਨਹੀਂ ਕਿ ਹਰਮੰਦਰ ਸਾਹਿਬ ਦੀਆਂ ਪਰਿਕਰਮਾ ਲਾਸ਼ਾਂ ਦੇ ਨਾਲ ਭਰੀਆਂ ਹੋਣ ਤੇ ਸਾਡੀ ਲੀਡਰਸ਼ਿਪ ਹੱਥ ਖੜੇ ਕਰਕੇ ਬਾਹਰ ਨਿਕਲਦੀ ਹੋਵੇ। ਉਹ ਲੀਡਰਸ਼ਿਪ ਨਹੀਂ ਸੀ ਸਾਡੀ ਇਹ ਲੀਡਰਸ਼ਿਪ ਸੀ। ਇਹ ਲੀਡਰਸ਼ਿਪ ਜਿਹੜੀ ਕਹਿ ਰਹੀ ਹੈ ਕਿ ਸਿੰਘ ਸੁਨੇ ਹਮਕੋ ਕਰੇ ਠੱਠਾ, ਘੋੜਾ ਕੁਦਾਏ ਜੱਸਾ ਸਿੰਘ ਨੱਠਾ, ਕਿਆ ਮੁਖ ਲਾਏ ਬੈਠੇ ਦੀਵਾਨ, ਕਰੇ ਸਿੱਖ ਮਸ਼ਕਰੀ ਆਨ, ਪੰਥ ਹਮਕੋ ਪਾਤਸ਼ਾਹ ਬਣਾਇਓ, ਤੁਮ ਚਾਹਤ ਗੀਦੀਏ ਖਵਾਇਓ। ਉਸ ਵੇਲੇ ਹੁਣ ਇਹੀ ਗੱਲ ਸਰਦਾਰ ਉੱਤਮ ਸਿੰਘ ਦੇ ਕਾਰਖਾਨੇ ਦੇ ਵਿੱਚ ਸਰਦਾਰ ਟਹਿਲ ਸਿੰਘ ਹੁਣੀ ਕਹਿ ਰਹੇ ਨੇ ਕਿ ਕੌਮ ਦੇ ਸਿੱਖ ਸ਼ਹੀਦ ਹੋ ਰਹੇ ਨੇ, ਗੋਲੀਆਂ ਚੱਲਣ ਦੀ ਆਵਾਜ਼ ਆ ਰਹੀ ਹੈ, ਕੱਲ੍ਹ ਨੂੰ ਕੌਮ ਦੇ ਸਾਹਮਣੇ ਕਿਹੜਾ ਮੂੰਹ ਲੈ ਕੇ ਜਾਵਾਂਗੇ। ਅੰਦਰ ਆਏ, ਉਸ ਵੇਲੇ ਮਹੰਤ ਨਾਰਾਇਣ ਦਾਸ ਘੋੜੇ ਤੇ ਚੜ੍ਹਿਆ ਸੀ, ਹੱਥ ਦੇ ਵਿੱਚ ਰਿਵਾਲਵਰ ਸੀ। ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਸਨੇ ਗੋਲੀ ਮਾਰੀ, ਇਹਨਾਂ ਦੋਵਾਂ ਨੂੰ ਵੀ ਜ਼ਮੀਨ ਤੇ ਸੁੱਟ ਦਿੱਤਾ। ਇਹਨਾਂ ਸਾਰਿਆਂ ਨੂੰ ਸਹਿਕਦਿਆਂ ਨੂੰ ਬਿਲਕੁਲ ਜਿਹੜਾ ਚਖਿੰਦੀ ਦਾ ਸਾਹਮਣੇ ਦਾ ਮੈਦਾਨ ਸੀ ਉਹਦੇ ਵਿੱਚ ਲਾਸ਼ਾਂ ਦੇ ਢੇਰ ਲਾ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਅੱਧ ਸੜੀਆਂ ਲਾਸ਼ਾਂ ਸਹਿਕ ਰਹੀਆਂ ਨੇ। ਇਹ ਸਾਕਾ ਵਾਪਰ ਚੁੱਕਾ ਹੈ ਔਰ ਤੁਸੀਂ ਹੈਰਾਨ ਹੋਵੋਗੇ ਕਿ ਉਸ ਸਮੇਂ ਇਹਨਾਂ ਲਾਸ਼ਾਂ ਦੇ ਵਿੱਚੋਂ ਜਿਹੜੀਆਂ ਖੋਪਰੀਆਂ ਮਿਲੀਆਂ ਨੇ, ਉਹਨਾਂ ਖੋਪਰੀਆਂ ਦੀ ਗਿਣਤੀ ਜਿਹੜੀ ਹੈ 260 ਤੋਂ ਉੱਪਰ ਹੈ, ਬਲਕਿ 283-84 ਦੇ ਕਰੀਬ ਹੈ। ਤੇ ਜਿਹੜੇ ਸਾਡੇ ਕੋਲ ਸ਼ਹੀਦਾਂ ਦੇ ਨਾਮ ਨੇ ਉਹ ਕੇਵਲ 160 ਨੇ। ਇਹਦਾ ਮਤਲਬ ਅਜੇ ਸਾਕਾ ਨਨਕਾਣਾ ਸਾਹਿਬ ਦੇ ਵੀ ਸਾਰੇ ਸ਼ਹੀਦਾਂ ਦੇ ਨਾਮਾਂ ਦਾ ਸਾਨੂੰ ਪਤਾ ਨਹੀਂ। ਕਿੰਨਾ ਸਮਾਂ ਬੀਤ ਗਿਆ, ਅਜੇ ਤੱਕ ਵੀ ਸਾਨੂੰ ਸਾਰੇ ਸ਼ਹੀਦਾਂ ਦੇ ਨਾਮਾਂ ਦਾ ਨਹੀਂ ਪਤਾ। ਜਿਹੜੀਆਂ ਖੋਪਰੀਆਂ ਸਿੱਖਾਂ ਨੇ ਇਕੱਠੀਆਂ ਕੀਤੀਆਂ ਸੀ, ਜਿਨ੍ਹਾਂ ਦਾ ਬਾਅਦ ਸੰਸਕਾਰ ਕੀਤਾ ਗਿਆ, ਉਹਨਾਂ ਖੋਪਰੀਆਂ ਦੀ ਗਿਣਤੀ 250 ਦੇ ਕਰੀਬ ਸੀ। ਸਾਡੇ ਕੋਲ ਨਾਂ ਜਿਹੜੇ ਨੇ ਕੇਵਲ 160 ਨੇ ਸ਼ਹੀਦਾਂ ਦੇ। ਇਹਦਾ ਮਤਲਬ ਅਜੇ ਬਹੁਤ ਸਾਰੇ ਸ਼ਹੀਦਾਂ ਦੀ ਨਾਮਕਰਨ ਦੀ, ਕਿਹੜੇ ਪਿੰਡ ਦੇ ਵਿੱਚੋਂ ਸੀ, ਕਿਹੜੇ ਪਰਿਵਾਰ ਦੇ ਵਿੱਚੋਂ ਸੀ, ਉਹਨਾਂ ਦੀ ਖੋਜ ਹੋਣੀ ਬਾਕੀ ਹੈ। ਸਿੱਖ ਜਿਹੜੇ ਸੀ ਉਹ ਸ਼ਹਾਦਤਾਂ ਪ੍ਰਾਪਤ ਕਰ ਗਏ। ਲੀਡਰਸ਼ਿਪ ਨੂੰ ਪਤਾ ਲੱਗਾ ਤੇ ਸਰਦਾਰ ਮਹਿਤਾਬ ਸਿੰਘ ਤੇ ਕਰਤਾਰ ਸਿੰਘ ਝੱਬਰ ਅਗਲਾ ਜਥਾ ਲੈ ਕੇ ਆ ਗਏ। ਉੱਧਰੋਂ ਲਾਹੌਰ ਦੇ ਡਿਪਟੀ ਕਮਿਸ਼ਨਰ ਮਿਸਟਰ ਕਿੰਗ ਨੇ ਪੁਲਿਸ ਔਰ ਫੌਜ ਨੂੰ ਗੁਰਦੁਆਰੇ ਦੇ ਅੱਗੇ ਤੈਨਾਤ ਕਰ ਦਿੱਤਾ, ਸਿੱਖਾਂ ਨੂੰ ਅੰਦਰ ਨਾ ਜਾਣ ਦਿੱਤਾ ਜਾਵੇ। ਮਿਸਟਰ ਕਿੰਗ ਵਗਾਰ ਕੇ ਸਰਦਾਰ ਮਹਿਤਾਬ ਸਿੰਘ ਨੂੰ ਕਹਿੰਦਾ ਕਿ ਅਗਰ ਕੋਈ ਆਪਕਾ ਇੱਕ ਵੀ ਸਿੱਖ ਆगे ਆਇਆ ਤਾਂ ਮੈਂ ਗੋਲੀ ਚਲਾ ਦੂੰਗਾ। ਤੇ ਸਰਦਾਰ ਮਹਿਤਾਬ ਸਿੰਘ ਅੱਗੋਂ ਕਹਿੰਦਾ ਮਿਸਟਰ ਕਿੰਗ, ਇੱਕ ਗੱਲ ਮੈਂ ਤੈਨੂੰ ਦੱਸਾਂ, ਜਿਹੜਾ ਸਾਡਾ ਪਹਿਲਾ ਜਥਾ ਅੰਦਰ ਸ਼ਹੀਦ ਹੋਇਆ ਉਹ ਤੇ ਗੁਰੂ ਦੇ ਅੱਗੇ ਅਰਦਾਸ ਕਰਕੇ ਗਿਆ ਸੀ, ਸ਼ਸਤਰ ਚੁੱਕਣੇ ਨਹੀਂ ਹੈ, ਉਹ ਸਾਡਾ ਉਹ ਹੀਲਾ ਸੀ। ਪਰ ਸਾਡੇ ਗੁਰੂ ਦਾ ਫਰਮਾਨ ਹੈ, ਚੁੰਕਾਰ ਅਜਹਾਮਾ ਹੀਲ ਤੇ ਦਰਗੁਜਸ਼ਤ, ਹਲਾਲ ਅਸਤ ਬੁਰਦਨ ਬਸ ਸ਼ਮਸ਼ੀਰੇ ਦਸਤ। ਜਦੋਂ ਸਾਰੇ ਹੀਲੇ ਵਸੀਲੇ ਧਿਰ ਉਪਾਅ ਖਤਮ ਹੁੰਦੇ ਨੇ, ਤਲਵਾਰ ਦੀ ਵਰਤੋਂ ਜਾਇਜ਼ ਹੁੰਦੀ ਹੈ। ਕਿਸੇ ਹੱਦ ਤੱਕ ਕਿਸੇ ਨੂੰ ਬਰਦਾਸ਼ਤ ਕੀਤਾ ਜਾਂਦਾ, ਇੱਕ ਵਾਰੀ ਦੋ ਵਾਰੀ। ਜਦੋਂ ਕੋਈ ਵੀ ਮਨੁੱਖ ਬਰਦਾਸ਼ਤ ਦੀ ਹੱਦ ਤੋਂ ਬਾਹਰ ਹੋ ਜਾਂਦਾ ਤੇ ਫਿਰ ਕਹਿੰਦੇ ਹਰ ਹੀਲਾ ਵਰਤ ਲੈਣਾ ਜਾਇਜ਼ ਹੈ। ਇਹ ਸਾਡੇ ਗੁਰੂ ਦਾ ਹੁਕਮ ਹੈ। ਕਹਿੰਦਾ ਕਿ ਲਛਮਣ ਸਿੰਘ ਨੇ ਪ੍ਰਣ ਕੀਤਾ ਸੀ ਕਿ ਤਨ ਮਨ ਕਾਟ ਸਭ ਅਰਪੀ, ਉਸਨੇ ਆਪਣਾ ਆਪਾ ਕੁਰਬਾਨ ਕਰ ਦਿੱਤਾ। ਉਸਨੇ ਆਪਣੀ ਗੁਰੂ ਦੀ ਸ਼ਾਂਤਮਈ ਕੀਤੀ ਅਰਦਾਸ ਨੂੰ ਨਿਭਾਇਆ। ਪਰ ਅਸੀਂ ਮੈਦਾਨੇ ਜੰਗ 'ਚ ਜੂਝਣ ਦੀ ਅਰਦਾਸ ਕਰਕੇ ਆਏ ਹਾਂ। ਸਿੱਖੋ, ਜਿਸ ਵੇਲੇ ਮਿਸਟਰ ਕਿੰਗ ਦੀ ਫੌਜ ਤੁਹਾਡੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰੇਗੀ, ਤੁਸੀਂ ਜਾ ਕੇ ਇਹਨਾਂ ਨੂੰ ਪੈ ਜਾਓ, ਹੱਥੋਂ ਹੱਥੀ ਇਹਨਾਂ ਦੀਆਂ ਬੰਦੂਕਾਂ ਖੋਹ ਲਿਓ। ਜਦੋਂ ਇਹ ਗੱਲ ਮਿਸਟਰ ਕਿੰਗ ਨੇ ਸੁਣੀ, ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ।
ਉਸੇ ਵੇਲੇ ਕਹਿੰਦਾ ਮਹਿਤਾਬ ਸਿੰਘ ਜੀ, ਕਰਤਾਰ ਸਿੰਘ ਜੀ, ਆਪ ਸਿੱਖੋਂ ਕੋ ਰੋਕ ਲਓ। ਸਿੱਖ ਰੁਕ ਗਏ। ਉਸਨੇ ਨਨਕਾਣਾ ਸਾਹਿਬ ਦੀਆਂ ਚਾਬੀਆਂ ਦੇ ਦਿੱਤੀਆਂ। ਗੁਰਦੁਆਰਾ ਸਾਹਿਬ ਖੋਲ੍ਹਿਆ ਗਿਆ। ਸਾਰੇ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸੀ, ਸਾਰਾ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਲਾਸ਼ਾਂ ਦੇ ਨਾਲ ਭਰਿਆ ਪਿਆ ਸੀ। ਅੱਧ ਸੜੀਆਂ ਲਾਸ਼ਾਂ ਵਿੱਚ ਹਰਨਾਮ ਕੌਰ ਵੀ ਹੈ। ਉਹੀ ਹਰਨਾਮ ਕੌਰ ਜਿਸ ਦਾ ਪੁੱਤ ਕੇਹਰ ਸਿੰਘ ਵੀ ਸ਼ਹੀਦ ਹੋਇਆ, ਜਿਸ ਦਾ ਪੋਤਰਾ ਸਿੱਖ ਧਰਮ ਦੇ ਵਿੱਚ ਸਾਕਾ ਨਨਕਾਣਾ ਸਾਹਿਬ ਦਾ ਸਭ ਤੋਂ ਛੋਟਾ ਸ਼ਹੀਦ ਹੈ, ਆਪਣੇ ਪੋਤਰੇ ਨੂੰ ਪਛਾਣਦੀ ਫਿਰਦੀ ਹੈ। ਅਖੀਰ ਇੱਕ ਪੈਰ, ਅੱਧ ਸੜਿਆ ਪੈਰ, ਤੇ ਇੱਕ ਉਹਦੀ ਕਮੀਜ਼ ਦੀ ਕੱਪੜੇ ਦੀ ਇੱਕ ਟਾਕੀ ਲੱਭੀ ਤੇ ਆਪਣੇ ਹੱਥਾਂ ਦੇ ਵਿੱਚ ਫੜ ਕੇ ਬਾਕੀ ਗਈ ਸੰਗਤ ਨੂੰ ਖੁਸ਼ੀ ਦੇ ਨਾਲ ਵਿਖਾ ਰਹੀ ਹੈ। ਕਹਿੰਦੀ ਵੇਖੋ ਮੇਰਾ 8 ਸਾਲ ਦਾ ਪੋਤਰਾ ਵੀ ਸ਼ਹੀਦ ਹੋਇਆ, ਵੇਖੋ ਮੇਰਾ 8 ਸਾਲ ਦਾ ਪੋਤਰਾ ਵੀ ਸ਼ਹੀਦ ਹੋਇਆ। ਸਰਦਾਰ ਕੇਹਰ ਸਿੰਘ ਦਾ ਬੇਟਾ ਸਰਦਾਰ ਦਰਬਾਰਾ ਸਿੰਘ। ਉਸ ਵੇਲੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਮਿਲੀਆਂ, ਸੰਸਕਾਰ ਕੀਤੇ ਗਏ। ਮਹੰਤ ਦੇ ਉੱਪਰ ਕਬਜ਼ਾ ਕੇਸ ਦਾ ਉੱਪਰ ਜਿਹੜਾ ਸੀਗਾ ਉਹ ਚੱਲਿਆ। ਹੁਣ ਮੈਂ ਤੁਹਾਨੂੰ ਦੱਸਦਾ, ਮਾਰਚ ਦੇ ਵਿੱਚ ਇਹ ਕੇਸ ਸ਼ੁਰੂ ਹੋਇਆ। ਸਿੱਖ ਲੀਡਰਸ਼ਿਪ ਦੀ ਗੱਲ ਜਦੋਂ ਕਰਤਾਰ ਸਿੰਘ ਚੱਬਰ ਹੁਣਾਂ ਨੇ ਜਵਾਬ ਦਿੱਤਾ ਸੀ ਤਾਰਾ ਸਿੰਘ ਨੂੰ ਕਿ ਅੰਗਰੇਜ਼ਾਂ ਦੇ ਸਮੇਂ ਤਾਂ ਪ੍ਰਬੰਧ ਛਡਾਉਣਾ ਸੌਖਾ ਹੈ, ਪਰ ਜਿਸ ਦਿਨ ਟੋਪੜੀਆਂ ਦਾ ਰਾਜ ਆਵੇਗਾ ਪ੍ਰਬੰਧ ਛਡਾਉਣਾ ਹੋਰ ਔਖਾ ਹੋ ਜਾਵੇਗਾ। ਹੁਣ ਮੈਂ ਤੁਹਾਨੂੰ ਦੱਸਦਾ ਕੀ ਕੁਝ ਵਾਪਰਿਆ। ਨਰਾਇਣ ਦਾਸ ਦੇ ਉੱਪਰ ਕੇਸ ਚੱਲਿਆ। ਅਦਾਲਤ ਨੇ ਸਜ਼ਾ ਸੁਣਾ ਦਿੱਤੀ। ਅਦਾਲਤ ਨੇ ਨਰਾਇਣ ਦਾਸ ਤੇ ਉਸਦੇ 7 ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਜਿਹੜੇ ਉਸਦੇ ਬਾਕੀ ਸਾਥੀ ਸੀ ਰਾਂਝਾ ਰਿਹਾਣਾ ਦੇ ਬੁਲਾਏ ਹੋਏ, ਉਹਨਾਂ ਦੇ ਵਿੱਚੋਂ 8 ਨੂੰ ਉਮਰ ਕੈਦ ਕਾਲੇ ਪਾਣੀ ਦੀ ਦਿੱਤੀ ਗਈ ਔਰ 15 ਬੰਦਿਆਂ ਨੂੰ 20 ਸਾਲ ਬੰਦ ਦਿੱਤਾ ਗਿਆ। ਔਰ ਜਦੋਂ ਅਪੀਲ ਕੀਤੀ ਗਈ, ਇਹ ਜਿਹੜੀ ਅਪੀਲ ਹੈ ਇਹ ਉਸ ਵੇਲੇ ਦੇ ਜਿਹੜੇ ਬਰਿਸਟਰ ਸੀਗੇ ਇਮਾਮ ਹਸਨ ਦੇ ਵੱਲੋਂ ਲੜੀ ਗਈ। ਔਰ ਤੁਸੀਂ ਹੈਰਾਨ ਹੋਵੋਗੇ ਕਿ 350 ਸਿੱਖਾਂ ਦੇ ਕਾਤਲ ਨਰਾਇਣ ਦਾਸ ਨੂੰ ਉਸ ਵੇਲੇ ਦੀ ਅਦਾਲਤ ਨੇ ਇਹ ਕਹਿ ਕੇ ਬਾਇੱਜ਼ਤ ਬਰੀ ਕਰ ਦਿੱਤਾ ਕਿ ਇਹ ਤੇ ਸ਼ਾਂਤਮਈ ਗੁਰਦੁਆਰੇ 'ਚ ਬੈਠਾ ਸੀ, ਹੁਣ 300 ਬੰਦਾ ਇਹਦੇ ਤੇ ਹਮਲਾਵਰ ਹੋ ਕੇ ਆ ਗਿਆ ਤੇ ਇਹਨੇ ਆਤਮ ਰੱਖਿਆ ਲਈ ਗੋਲੀ ਚਲਾਈ। ਇਹ ਗੱਲ ਕਹਿ ਕੇ ਨਰਾਇਣ ਦਾਸ ਨੂੰ ਬਰੀ ਕਰ ਦਿੱਤਾ। ਜਿਨ੍ਹਾਂ ਦੀਆਂ ਮੌਤ ਦੀਆਂ ਸਜ਼ਾਵਾਂ ਸੀ ਉਹ ਸਜ਼ਾਵਾਂ ਉਮਰ ਕੈਦ 'ਚ ਤਬਦੀਲ ਕੀਤੀਆਂ ਜਾ ਗਈਆਂ। ਔਰ ਗੱਲ ਇੱਥੋਂ ਤੱਕ ਸੀਮਤ ਨਹੀਂ। ਜਿਹੜੇ ਸਿੱਖ ਸੋਚਦੇ ਸੀ ਨਾ ਕਿ ਗਾਂਧੀ ਦਾ ਰਾਜ ਆ ਜਾਣਾ ਤੇ ਗੁਰਦੁਆਰੇ ਆਜ਼ਾਦ ਹੋ ਜਾਣਗੇ, ਉਹਨਾਂ ਨੂੰ ਬਾਅਦ ਦੇ ਵਿੱਚ ਪਤਾ ਲੱਗਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸ ਨਰਾਇਣ ਦਾਸ ਨੂੰ ਭਾਰਤੀ ਹਕੂਮਤ ਦੇ ਵੱਲੋਂ ਸਿਕਿਉਰਿਟੀ ਦਿੱਤੀ ਗਈ। ਦਿੱਲੀ ਤੋਂ ਦੂਰ ਜਾ ਕੇ ਯੂਪੀ ਵਾਲੇ ਇਲਾਕੇ 'ਚ ਇੱਕ ਫਾਰਮ ਦਿੱਤਾ ਗਿਆ ਔਰ 1973 ਦੇ ਵਿੱਚ ਆਪਣੀ ਮੌਤ 'ਤੇ ਮਰਿਆ। ਇਸੇ ਕਰਕੇ ਸਿੱਖਾਂ ਤੋਂ ਬਚਿਆ ਰਿਹਾ। ਕਿਉਂ? ਕਿਉਂਕਿ ਭਾਰਤੀ ਸਰਕਾਰ ਨੇ ਵੀ ਇਸ ਨੂੰ ਹਿਫਾਜ਼ਤ ਦਿੱਤੀ, ਸਿਕਿਉਰਿਟੀ ਦਿੱਤੀ ਔਰ ਖੁਫੀਆ ਤੌਰ 'ਤੇ ਰਹਿਣ ਦੇ ਸਾਰੇ ਪ੍ਰਬੰਧ ਇਸ ਨੂੰ ਕਰਕੇ ਦਿੱਤੇ ਗਏ। ਸੋ ਇਹ ਸਾਕਾ ਨਨਕਾਣਾ ਸਾਹਿਬ ਸੀ ਜਿਸ ਦੇ ਵਿੱਚ ਇਹ ਮਹਾਨ ਸ਼ਹਾਦਤਾਂ ਹੋਈਆਂ ਨੇ। ਤੁਸੀਂ ਗੁਰੂ ਦੀ ਗੋਦ ਦੇ ਵਿੱਚ ਬੈਠਦੇ ਹੋ ਤਾਂ ਮੈਂ ਇੱਕ ਬੇਨਤੀ ਕਰਾਂ, ਤੁਸੀਂ ਉਸ ਖਾਨਦਾਨ ਦੇ, ਉਸ ਪਰਿਵਾਰ ਦੇ ਵਾਰਿਸ ਹੋ ਜਿਸ ਕੌਮ ਦੇ ਵਡੇਰਿਆਂ ਨੇ, ਜਿਸ ਪਰਿਵਾਰ ਦੇ ਵਡੇਰਿਆਂ ਨੇ ਇੰਨੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਨੇ। ਸਾਕਾ ਨਨਕਾਣਾ ਸਾਹਿਬ ਸਾਡੀ ਇਸ ਸਦੀ ਦੀ ਉਹ ਘਟਨਾ ਹੈ ਜਿਸ ਨੇ ਦੁਬਾਰਾ ਸਾਕਾ ਸ਼ਬਦ ਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਦੁਬਾਰਾ ਇਤਿਹਾਸ ਦੇ ਵਿੱਚ ਉਜਾਗਰ ਕੀਤਾ, ਜਿਸ ਨੇ ਦੱਸਿਆ ਹੈ ਕਿ ਜੇ ਅਸੀਂ ਮੈਦਾਨੇ ਜੰਗ 'ਚ ਜੂਝਣ ਵਾਲੇ ਸੂਰਮੇ ਹਾਂ ਤਾਂ ਆਪਣੇ ਗੁਰੂ ਦੀ ਬੇਅਦਬੀ ਦੇ ਵਾਸਤੇ ਅਸੀਂ ਸ਼ਾਂਤਮਈ ਰਹਿ ਕੇ ਵੀ ਕਿਸ ਤਰ੍ਹਾਂ ਜਾਨਾਂ ਕੁਰਬਾਨ ਕਰ ਦਿੰਦੇ ਹਾਂ। ਸ਼ਹਾਦਤ ਦਾ ਇੱਕ ਹੁਨਰ ਦੱਸਿਆ ਸਾਨੂੰ ਇਸ ਸਾਕੇ ਨੇ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿੱਥੇ ਅਸੀਂ ਇਸ ਸਾਕੇ ਦੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹਾਂ ਉੱਥੇ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਪੰਜਾਬ ਦੇ ਭਵਿੱਖ ਨੂੰ ਸਾਂਭਣ ਦੇ ਵਾਸਤੇ ਵੀ ਤਤਪਰ ਹੋਈਏ। ਕਿਉਂ? ਇਸ ਕਰਕੇ ਕਿ ਇਸ ਗੁਰੂ ਪਾਤਸ਼ਾਹ ਦਾ ਫਰਮਾਨ ਹੈ ਕਿ ਜਦੋਂ ਸਾਰੇ ਪਾਸੇ ਪਾਪ, ਹੰਕਾਰ, ਵਿਕਾਰ ਔਰ ਅਨੈਤਿਕਤਾ ਦੀ ਅੱਗ ਬਲ ਰਹੀ ਹੋਵੇ ਨਾ ਤੇ ਉਦੋਂ ਗੁਰੂ ਦੇ ਆਸਰੇ ਦੇ ਨਾਲ ਹੀ ਬਚਿਆ ਜਾ ਸਕਦਾ ਤੇ ਉਸ ਨੂੰ ਬਚਾਉਣ ਦੇ ਵਾਸਤੇ ਸਾਨੂੰ ਆਪਣੀ ਪਨੀਰੀ ਨੂੰ ਸੰਭਾਲਣ ਦੀ ਲੋੜ ਹੈ। ਇੱਕ ਨਜ਼ੀਰੀਅਨ ਕੋਟੇਸ਼ਨ ਹੈ, ਇਫ ਦਾ ਲਾਈਨ ਹੈਵ ਨੋ ਹਿਸਟੋਰੀਅਨ ਹਿਸਟਰੀ ਆਫ ਹੰਟ ਵਿਲ ਗਲੋਰੀਫਾਈ ਦਾ ਹੰਟਰ। ਤੁਸੀਂ ਆਪਣੇ ਇਤਿਹਾਸ ਨੂੰ ਆਪ ਨਹੀਂ ਸੰਭਾਲੋਗੇ ਤੇ ਦੁਸ਼ਮਣ ਹਮੇਸ਼ਾ ਤੁਹਾਡੇ ਇਤਿਹਾਸ ਨੂੰ ਆਪਣੀ ਮਰਜ਼ੀ ਦੇ ਨਾਲ ਲਿਖੇਗਾ। ਅੱਜ ਸਭ ਕੁਝ ਹੋ ਰਿਹਾ ਹੈ ਪਰ ਇਸ ਤੋਂ ਬਚਣ ਦੇ ਵਾਸਤੇ ਸਾਡੇ ਕੋਲ ਇੱਕ ਹੀ ਸਾਧਨ ਹੈ। ਇੱਕ ਸਵਾਲ ਕੀਤਾ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ 1519 ਦੇ ਵਿੱਚ ਬਾਬੇ ਸੌਣ ਨੇ। ਇਹ ਬਾਬਾ ਸੌਣ ਕੌਣ ਸੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ। ਜੇਕਰ ਤੁਸੀਂ ਆਪਣੀ ਸੁਰਤ ਨੂੰ 1340-42 'ਚ ਲੈ ਜਾਓ, ਇੱਕ ਰਾਜਾ ਹੋਇਆ ਧੱਜ, ਰਾਜਪੂਤ ਰਾਜਾ। ਧੱਜ ਦਾ ਬੇਟਾ ਸੀ ਕੋਤਜ, ਕੋਤਜ ਦਾ ਪੁੱਤਰ ਸੀ ਕਰਨ, ਕਰਨ ਦਾ ਪੁੱਤਰ ਸੀ ਕੈਸ਼ਵ, ਕੈਸ਼ਵ ਦਾ ਪੁੱਤਰ ਸੀ ਚਾਡਾ, ਚਾਡੇ ਦਾ ਬੇਟਾ ਸੀ ਕੰਵਰ ਥਿੱਡਾ, ਉਸ ਦਾ ਪੁੱਤਰ ਸੀ ਮੌਲਾ, ਮੌਲੇ ਦਾ ਪੁੱਤਰ ਸੀ ਮੌਤਾ, ਮੌਤੇ ਦਾ ਪੁੱਤਰ ਸੀ ਬਹੋੜੂ ਤੇ ਬਹੋੜੂ ਦਾ ਪੁੱਤਰ ਸੀ ਸੌਣ। ਬਾਬੇ ਸੌਣ ਦੀ ਗੁਰੂ ਨਾਨਕ ਸਾਹਿਬ ਨਾਲ ਇੱਕ ਵਾਰਤਾਲਾਪ ਹੋਈ ਹੈ ਗੁਜਰਾਤ ਦੇ ਵਿੱਚ। ਅੱਜ ਵਾਲਾ ਮੋਦੀ ਵਾਲਾ ਗੁਜਰਾਤ ਨਹੀਂ, ਇਹ ਪਾਕਿਸਤਾਨੀ ਗੁਜਰਾਤ। ਇੱਕ ਚਰਚਾ ਹੋਈ ਹੈ
ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਉਸ ਨੂੰ ਉਪਦੇਸ਼ ਦੇ ਕੇ ਤੁਰ ਲੱਗੇ ਤੇ ਬਾਬਾ ਸੌਣ ਇੱਕ ਗੱਲ ਕਹਿੰਦਾ ਹੈ, ਕਹਿੰਦਾ ਪਾਤਸ਼ਾਹ ਹੁਣ ਮੈਂ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦਾ, ਮੇਰਾ ਦਿਲ ਨਹੀਂ ਲੱਗਣਾ, ਪਾਤਸ਼ਾਹ ਮੈਂ ਤੇਰੇ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਜਵਾਬ ਦਿੱਤਾ, ਕਹਿੰਦੇ ਬਾਬਾ ਸੌਣ ਜੇ ਤੇ ਮੇਰੇ ਸਰੀਰ ਦੇ ਨਾਲ ਜੁੜੇਗਾ ਤੇ ਫਿਰ ਤੂੰ ਮਿਲ ਹੀ ਨਹੀਂ ਸਕਦਾ, ਤੇ ਜੇ ਸ਼ਬਦ ਦੇ ਨਾਲ ਜੁੜੇਗਾ ਫਿਰ ਤੇਰੀਆਂ ਪੀੜ੍ਹੀਆਂ ਵੀ ਜੁੜੀਆਂ ਰਹਿਣਗੀਆਂ। ਅੱਜ ਸਮੱਸਿਆ ਕੀ ਹੈ, ਸ਼ਬਦ ਨੂੰ ਛੱਡ ਕੇ ਸਰੀਰਾਂ ਦੇ ਨਾਲ ਜੁੜਦੇ ਜਾ ਰਹੇ ਹਾਂ। ਕਿਤੇ ਕਬਰਾਂ ਤੇ ਚਲੇ ਗਏ, ਕਿਤੇ ਧਾਗੇ ਤਵੀਤ ਨੂੰ ਮੰਨ ਲਿਆ, ਕਿਤੇ ਪਖੰਡੀਆਂ ਦੇ ਪਿੱਛੇ ਚਲੇ ਗਏ, ਕਿਤੇ ਭੂਤ ਕਹਿ ਕੇ ਸਿਰ ਘਮਾਉਣੇ ਸ਼ੁਰੂ ਕਰ ਦਿੱਤੇ। ਅੱਜ ਅਸੀਂ ਸ਼ਬਦ ਦੇ ਨਾਲ ਨਹੀਂ ਜੁੜੇ, ਮਨੁੱਖਾਂ ਦੇ ਨਾਲ ਜੁੜ ਗਏ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸ਼ਬਦ ਦੇ ਨਾਲ ਜੁੜੇਗਾ ਵਿਛੋੜਾ ਨਹੀਂ ਪਵੇਗਾ, ਸਰੀਰ ਦੇ ਨਾਲ ਜੁੜੇਗਾ ਕਦੀ ਮਿਲਾਪ ਨਹੀਂ ਹੋ ਸਕਦਾ। ਉਹ ਸ਼ਬਦ ਦੇ ਨਾਲ ਜੁੜਿਆ ਹੈ ਤੇ ਸੱਚ ਜਾਣਿਓ ਹਮੇਸ਼ਾ ਹੀ ਮਿਲਾਪ ਰਿਹਾ। ਇਸੇ ਬਾਬੇ ਸੌਣ ਦਾ ਪੁੱਤਰ ਅਰਥਾ ਸੀ, ਅਰਥੇ ਦਾ ਪੁੱਤਰ ਬਿੰਨਾ ਸੀ, ਬਿੰਨੇ ਦਾ ਪੁੱਤਰ ਦਾਸਾ ਸੀ, ਤੇ ਦਾਸੇ ਦਾ ਪੁੱਤਰ ਬਾਬਾ ਮੱਖਣ ਸ਼ਾਹ ਲਬਾਣਾ ਸੀ। ਤੇ ਮੱਖਣ ਸ਼ਾਹ ਲਬਾਣੇ ਦੇ ਅੱਗੋਂ ਦੋ ਪੁੱਤ ਖੁਸ਼ਹਾਲ ਸਿੰਘ ਤੇ ਜਵੰਦ ਸਿੰਘ ਸ਼ਹੀਦ ਹੋਏ ਨੇ, ਇੱਕ ਚਮਕੌਰ ਦੀ ਗੜੀ ਦੇ ਵਿੱਚ ਔਰ ਇੱਕ ਨਰਮੋਹਗੜ੍ਹ ਦੀ ਜੰਗ ਦੇ ਵਿੱਚ ਤੀਜਾ ਲਾਲ ਸਿੰਘ ਜਿਹੜਾ ਉਹ ਬਚਿਆ ਰਿਹਾ। ਸੋ ਜਿੰਨਾ ਚਿਰ ਸ਼ਬਦ ਦੇ ਨਾਲ ਜੁੜੋਗੇ ਉਹਨਾਂ ਚਿਰ ਤੁਸੀਂ ਮਨੁੱਖ ਦੀਆਂ ਆਤਮਿਕ ਤੇ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਕਰ ਸਕਦੇ ਹੋ। ਜਦੋਂ ਤੁਸੀਂ ਦੇਹ ਦੇ ਨਾਲ ਜੁੜ ਜਾਓਗੇ ਤੁਹਾਡਾ ਵਿਕਾਸ ਜਿਹੜਾ ਉਹ ਰੁਕ ਜਾਵੇਗਾ। ਸੋ ਮੇਰਾ ਵਕਤ ਸਮਾਪਤ ਹੈ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।